So मैं explain किया कि we had no intention to kill your mother, but somehow जिस तरह के circumstances develop हुए, she has to be killed. And उस तो बाद महीने बाद अर्जन दास ਨੂੰ hit ਕੀਤਾ ਜਿਹੜਾ second मतलब कि who was prominent in that Delhi riot. Delhi थोड़ा चिर पुणे रहे हैगे हैं, पुणे मतलब कि ਉੱਥੇ ਹੀ ਟਾਰਗੇਟ ਸੀਗਾ ਜਨਰਲ ਵੈਦਿਆ ਗਏ ਤਾਂ we were after a different general, but somehow ਉਹਦੇ ਉਹ ਵਿੱਚ ਆ ਗਿਆ। ਜਦੋਂ ਤੁਸੀਂ ਆਪਣੀ ਮਾਂ ਨੂੰ ਜਿਹੜਾ ਉਹ ਮਿਲੇ 20 ਸਾਲ ਬਾਅਦ, ਉਹਨਾਂ ਦੇ ਹਾਵ ਭਾਵ ਬਿਆਨ ਕਰ ਸਕਦੇ ਹੋ? ਬੀਬੀ ਜੀ ਸਜ਼ਾ ਹੋਈ। ਬੀਜੀ ਕਹਿੰਦੇ ਕੋਈ ਨਹੀਂ ਪੁੱਤ, ਮੈਂ ਗੁਰਦੁਆਰੇ ਮੱਥਾ ਟੇਕ ਆਈ ਹਾਂ, ਜੋ ਹੁੰਦਾ ਦੇਖੀ ਜਾਊਗੀ। ਮੈਨੂੰ ਜੱਜ ਪੁੱਛਦਾ ਵੀ ਕੀ ਗੱਲ ਹੋਈ ਜੀ, ਮੈਂ ਕਿਹਾ ਵੀ ਮੇਰੇ ਮਦਰ ਨੇ ਕਿਹਾ ਵੀ ਜੋ ਕਰਨਾ ਕਰ ਲਾ ਜੀ, ਤੇ ਹੁਣ ਫਾਂਸੀ ਲਾਈ ਮੈਨੂੰ। ਮੈਂ ਤੁਹਾਨੂੰ ਇਹ ਮੇਰੇ ਡਾਕੂਮੈਂਟਡ ਨੇ ਫਰੰਟ ਲਾਈਨ ਦੇ ਵਿੱਚ। ਵੈਸੇ ਇੰਡੀਅਨ ਸਾਰੀ ਪ੍ਰੈਸ ਜਿਹੜੀ ਆ ਉੱਥੇ ਪ੍ਰੈਜ਼ੈਂਟ ਸੀ। ਤੁਸੀਂ ਇਸ ਵੇਲੇ ਜੁੜ ਚੁੱਕੇ ਹੋ ਅੰਮ੍ਰਿਤਸਰ ਟਾਈਮਸ ਦੇ ਨਾਲ। ਬਲਰਾਜ ਪੰਨੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਅਸੀਂ ਦਰਸ਼ਕਾਂ ਨੂੰ ਦੱਸ ਦਈਏ ਕਿ ਸਰਦਾਰ ਰਣਜੀਤ ਸਿੰਘ ਗਿੱਲ ਹੋਰਾਂ ਦੇ ਨਾਲ ਆਪਾਂ ਗੱਲਾਂ ਬਾਤਾਂ ਅੱਜ ਪ੍ਰੋਗਰਾਮ ਦੇ ਵਿੱਚ ਕਰਾਂਗੇ। ਸਰਦਾਰ ਰਣਜੀਤ ਸਿੰਘ ਗਿੱਲ, ਜਿਨ੍ਹਾਂ ਨੂੰ ਪਿਆਰ ਦੇ ਨਾਲ ਕੁੱਕੀ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਉਹਨਾਂ ਨੌਜਵਾਨਾਂ ਵਿੱਚੋਂ ਹਨ ਜਿਨ੍ਹਾਂ ਨੇ ਸਿੱਖ ਕਤਲੇਆਮ 1984 ਵਿੱਚ ਸ਼ਾਮਲ ਕਾਂਗਰਸ ਲੀਡਰਾਂ ਜਿਵੇਂ ਕਿ ਲਲਿਤ ਮਾਕਨ ਤੋਂ 6 ਮਹੀਨਿਆਂ ਵਿੱਚ ਬਦਲਾ ਲੈ ਕੇ ਦਿੱਲੀ ਦੇ ਸਿੱਖਾਂ ਦੀ ਪੱਗ ਸਿਰ ਤੇ ਰੱਖੀ, ਜਿਹੜੇ ਕਿ ਨਿਰਾਸ਼ ਹੋ ਕੇ ਤੇ ਡਰ ਕੇ ਆਪਣੇ ਘਰਾਂ ਦੇ ਵਿੱਚ ਬੈਠ ਗਏ ਸਨ ਜਾਂ ਦਿੱਲੀ ਛੱਡ ਕੇ ਪੰਜਾਬ ਆ ਕੇ ਵਸਣਾ ਸ਼ੁਰੂ ਹੋ ਗਏ ਸਨ। ਕਈ ਕੰਮ ਇਤਿਹਾਸਿਕ ਹੁੰਦੇ ਨੇ ਤੇ ਭਾਈ ਕੁੱਕੀ ਵੱਲੋਂ ਸਿੱਖਾਂ ਲਈ ਕੀਤੇ ਕੰਮ ਤੇ ਇਹਨਾਂ ਵੱਲੋਂ ਨਿੱਜੀ ਜ਼ਿੰਦਗੀ ਦੇ ਨੌਜਵਾਨੀ ਸਮੇਂ ਕੌਮ ਲਈ ਲਾਏ 18 ਸਾਲ ਸਿੱਖ ਇਤਿਹਾਸ ਦਾ ਸੁਨਹਿਰੀ ਹਿੱਸਾ ਰਹਿਣਗੇ। ਇਹ ਬਹੁਤ ਵਧੀਆ ਲਿਖਾਰੀ ਵੀ ਨੇ ਤੇ ਹੁਣ ਤੱਕ 400 ਤੋਂ ਵੱਧ ਇਹਨਾਂ ਦੇ ਆਰਟੀਕਲ ਛਪ ਚੁੱਕੇ ਨੇ। 18 ਸਾਲ ਸਿੱਧੇ ਤੌਰ ਤੇ ਸੈਕਰੀਫਾਈਸ ਕਰਨ ਤੋਂ ਬਾਅਦ ਮੈਂ ਸਮਝਦੀ ਹਾਂ ਕਿ ਉਹ ਇੱਕ ਅਜਿਹੀ ਨੀਂਹ ਉਹਨਾਂ ਨੇ ਰੱਖੀ ਹੈ ਜਿਸ ਕਰਕੇ ਤੁਹਾਨੂੰ ਸਾਰੀ ਉਮਰ ਉਹਨਾਂ ਤੇ ਮਾਣ ਵੀ ਜਿਹੜਾ ਉਹ ਰਹੇਗਾ, ਪਰ ਦੁਨਿਆਵੀ ਜ਼ਿੰਦਗੀ ਵਿੱਚ ਸਾਰੀ ਉਮਰ ਉਸ ਦਾ ਦੇਣਾ ਵੀ ਅਸੀਂ ਨਹੀਂ ਦੇ ਸਕਦੇ। ਭਾਈ ਕੁੱਕੀ ਆਊਟਸਪੋਕਨ ਤੇ ਸਟੇਟ ਫਾਰਵਰਡ ਤੇ ਦਿਲ ਦੀ ਗੱਲ ਕਹਿਣ ਵਾਲੇ ਗਿਣੇ ਜਾਂਦੇ ਨੇ ਤੇ ਅੱਜ ਅਸੀਂ ਉਹਨਾਂ ਦੇ ਨਾਲ ਦਿਲ ਦੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜੋ ਸਵਾਲ ਦਾ ਉਹ ਉੱਤਰ ਨਹੀਂ ਵੀ ਦੇਣਾ ਚਾਹਣਗੇ ਤਾਂ ਇਹ ਵੀ ਅਸੀਂ ਬਿਲਕੁਲ ਉਹਨਾਂ ਨੂੰ ਖੁੱਲ੍ਹ ਹੋਏਗੀ ਕਿ ਉਹ ਆਪਣੀ ਮਰਜ਼ੀ ਜਿਹੜੀ ਆ ਉਹ ਕਰ ਸਕਦੇ ਨੇ। ਸਭ ਤੋਂ ਪਹਿਲਾਂ ਆਪਾਂ ਸਾਰੇ ਰਲ ਮਿਲ ਕੇ ਉਹਨਾਂ ਦਾ ਸਵਾਗਤ ਕਰਦੇ ਹਾਂ। ਜੀ ਗਿੱਲ ਸਾਹਿਬ, ਸਵਾਗਤ ਹੈ ਤੁਹਾਡਾ ਅੰਮ੍ਰਿਤਸਰ ਟਾਈਮਸ ਦੇ ਵਿਹੜੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਗਿੱਲ ਸਾਹਿਬ, ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗੀ ਕਿ ਤੀਜਾ ਘੱਲੂਘਾਰੇ ਤੋਂ ਪਹਿਲਾਂ 1984 ਤੋਂ ਪਹਿਲਾਂ ਤੁਸੀਂ ਜੈਨੇਟਿਕਸ ਦੀ ਪੜ੍ਹਾਈ ਵੀ ਕਰ ਰਹੇ ਸੀਗੇ। ਉਸ ਸਮੇਂ ਤੁਸੀਂ ਆਪਣੇ ਭਵਿੱਖ ਨੂੰ ਲੈ ਕੇ ਕਿਹੋ ਜਿਹੇ ਸੁਪਨੇ ਬੁਣੇ ਸੀ? ਮੇਰੀ ਜਿਹੜੀ ਲਾਈਫ ਬੜੀ ਸਮੂਥ ਸੀਗੀ। ਮੇਰੇ ਫਾਦਰ ਵੱਡੇ ਅਫਸਰ ਸੀਗੇ, ਮੈਂ MSc ਪਲਾਂਟ ਸਾਇੰਸ ਜੈਨੇਟਿਕਸ ਕੰਪਲੀਟ ਕਰ ਰਿਹਾ ਸੀ ਜੀ, ਤੇ ਮੇਰੀ PhD ਲਈ ਐਡਮਿਸ਼ਨ ਜਿਹੜੀ ਅਸੈਪਟ ਹੋ ਗਈ ਸੀ ਕੈਂਸਸ ਸਟੇਟ ਯੂਨੀਵਰਸਿਟੀ ਇਨ US। I was about to join in September of 1985. ਤੇ ਮੇਰੀ ਜੁਲਾਈ 'ਚ 1985 'ਚ ਮੇਰੀ MSc ਕੰਪਲੀਟ ਹੋਣੀ ਸੀ, ਜਦੋਂ ਮੈਂ ਆਪਣੀ ਡੈਜ਼ਰਟੇਸ਼ਨ ਤੇ ਥੀਸਿਸ ਵਗੈਰਾ ਸਾਰਾ ਕੰਪਲੀਟ ਕਰ ਲੈਣਾ ਸੀ ਜੀ। ਸੋ ਇਟ ਵਾਸ ਬੇਸਿਕਲੀ ਯੂਥਫੁਲ ਲਾਈਫ ਸੀ, ਫੁੱਲ ਜਿਵੇਂ ਕਹਿੰਦੇ ਫੁੱਲ ਐਗਜ਼ੂਬਰੈਂਸ ਵਾਲੀ ਲਾਈਫ ਸੀ ਜੀ। ਮੈਂ ਪਹਿਲੇ ਹਾਕੀ ਖੇਡਦਾ ਰਿਹਾ ਹੈਗਾ। I have represented my university in the national hockey meets, and I was once called for the national camp, but I couldn't attend. ਇਸ ਤਰ੍ਹਾਂ ਦੀ ਲਾਈਫ ਸੀਗੀ, ਬੜੀ ਸਿੰਪਲ ਜੀ, ਖੇਡਣ ਨੱਚਣ ਵਾਲੀ ਲਾਈਫ ਸੀਗੀ, ਪਰ ਏਦਾਂ ਵੀ ਨਹੀਂ ਸੀ ਵੀ ਕੋਈ ਆਊਟ ਆਫ ਦੀ ਵੇ ਜਾ ਕੇ ਕਿਤੇ ਕੋਈ ਇਸ ਤਰ੍ਹਾਂ ਦੀ ਲਾਈਫ ਦੀਆਂ ਕੋਈ ਲੱਛਣ ਹੋ। ਜੀ ਜੀ ਜੀ, ਬਿਲਕੁਲ ਬਿਲਕੁਲ। ਤੇ ਆਪਾਂ ਤੀਜੇ ਘੱਲੂਘਾਰੇ ਤੋਂ ਬਾਅਦ ਦੀ ਗੱਲ ਕਰੀਏ, ਤੁਹਾਡੀ ਜ਼ਿੰਦਗੀ 'ਚ ਇੱਕ ਵੱਖਰਾ ਮੋੜ ਆਉਂਦਾ ਹੈ। ਸ਼ਾਈਨਿੰਗ ਸਟੂਡੈਂਟ ਹੋਵੇ ਤੇ ਸਕਾਲਰ ਟਾਈਪ ਦੀ ਫੈਮਿਲੀ ਦੇ ਬੱਚੇ ਨੂੰ ਇੱਕ ਜ਼ਿੰਦਗੀ ਨਵੇਂ ਰਸਤੇ ਦੇ ਉੱਤੇ ਲੈ ਜਾਂਦੀ ਹੈ। ਕੀ ਵਲਵਲੇ ਸੀ, ਕਿਸ ਚੀਜ਼ ਨੇ ਮਜਬੂਰ ਕੀਤਾ ਕਿ ਤੁਸੀਂ ਆਪਣਾ ਰਸਤਾ ਜਿਹੜਾ ਉਹ ਬਦਲ ਲਿਆ? ਮੈਂ ਸਕਾਲਰ ਸਟੂਡੈਂਟ ਸੀ, ਮੈਂ ਆਪਣੇ ਗੋਲਡ ਮੈਡਲ ਲਈ MSc 'ਚ ਵੱਧ ਰਿਹਾ ਸੀਗਾ। ਮੇਰੇ
ਜਿਹੜੇ ਸੀਗੇ ਕੋਰਸ ਵਰਕ ਦੇ ਵਿੱਚ ਵੀ ਮੇਰੇ ਫੁੱਲ ਗ੍ਰੇਡ ਪੁਆਇੰਟ ਸੀਗੀ 4 ਆਊਟ ਆਫ 4 ਤੇ ਮੇਰੀ ਬਾਕੀ ਵੀ ਸਾਰੀਆਂ ਮਤਲਬ ਕਿ ਮੇਰੀਆਂ ਐਕਟੀਵਿਟੀ ਸਾਰੀਆਂ ਸਕਾਲਰ ਵਾਲੀਆਂ ਸੀਗੀਆਂ ਤੇ ਮੈਂ ਆਪਣੀ ਰਿਸਰਚ ਵਗੈਰਾ 'ਚ ਬਿਜ਼ੀ ਰਹਿੰਦਾ ਸੀਗਾ। ਪਰ ਜਦੋਂ 1984 ਜੂਨ ਦੇ ਵਿੱਚ ਈਵੈਂਟ ਹੋਈ ਆ, ਅਟੈਕ ਹੋਇਆ, ਉਦੋਂ ਵੀ ਮੈਂ ਆਪਣੀ ਰਿਸਰਚ ਲਈ ਮੈਂ ਹਿਮਾਚਲ ਪ੍ਰਦੇਸ਼ ਕੇ ਲੌਂਗ ਰੋਹਤਾਂਗ ਪਾਸ ਤੋਂ ਅੱਗੇ ਗਿਆ ਹੋਇਆ ਸੀ। ਪਰ ਉਸ ਤੋਂ ਬਾਅਦ ਜਦੋਂ ਮੈਂ ਵਾਪਸ ਆਇਆ ਤਾਂ ਇਹ ਮਨ ਨੂੰ ਜ਼ਰੂਰ ਝਟਕਾ ਸੀ ਵੀ ਕੀ ਹੋਇਆ ਕਿ ਇੰਨਾ ਵੱਡਾ ਆਰਮੀ ਨੂੰ ਆ ਕੇ ਪੰਜਾਬ ਦੇ ਵਿੱਚ ਦਰਬਾਰ ਸਾਹਿਬ 'ਚ ਇਹ ਅਟੈਕ ਕਰਨਾ ਪਿਆ। ਉਸ ਲਈ ਥੋੜਾ ਮਨ ਨੂੰ ਮਤਲਬ ਕਿ ਇਹ ਤਾਂ ਸੀਗਾ ਅਚੰਭਾ, ਇਮੋਸ਼ਨਲੀ ਵੀ ਡਰੇਨਡ ਆਊਟ ਸੀ, ਸੈਂਟੀਮੈਂਟਲੀ ਵੀ ਹਿੱਟ ਸੀਗੇ ਤੇ ਰਿਲੀਜੀਅਸ ਦਾ ਵੀ ਸੀਗਾ ਬਈ ਇਸ ਤਰ੍ਹਾਂ ਦੀ ਇਵੈਂਟ ਵਾਈ ਇਟ ਹੈਪਨ। ਉਸ ਤੋਂ ਪਹਿਲੇ ਜ਼ਰੂਰ ਆ ਵੀ ਸੰਤਾਂ ਬਾਰੇ ਸੁਣਦੇ ਰਹਿੰਦੇ ਸੀ, ਉਹਨਾਂ ਦੀਆਂ ਸਪੀਚਸ ਵਗੈਰਾ ਵੀ ਜ਼ਿਕਰ ਹੁੰਦਾ ਰਹਿੰਦਾ ਸੀਗਾ, ਪਰ ਮੈਂ ਕਦੀ ਲੈ ਨਾ ਬਹਿ ਕੇ ਸੁਣੀ ਨਹੀਂ ਸੀ। ਇਹ ਵੀ ਹੁੰਦਾ ਸੀ ਵੀ ਕੋਈ ਮਾਰਾ ਮਰਾਈ ਚੱਲ ਰਹੀ ਆ, ਜੇ ਸਿੱਖਾਂ ਵੱਲੋਂ ਕੋਈ ਹੁੰਦਾ ਸੀ ਤਾਂ ਉਹਨੂੰ ਗੌਰ ਨਾਲ ਦੇਖਦੇ ਸੀ, ਜੇ ਕੋਈ ਦੂਜੇ ਤਬਕੇ ਵੱਲੋਂ ਰਿਐਕਸ਼ਨਸ ਹੁੰਦੇ ਸੀਗੇ ਉਹ ਕੋਈ ਬਹੁਤੀ ਤਵੱਜੋ ਨਹੀਂ ਸੀ ਦਿੰਦੇ, ਕਿਉਂਕਿ ਜਿਹੜੇ ਮਾਹੌਲ 'ਚ ਮੈਂ ਪੜ੍ਹ ਰਿਹਾ ਸੀ ਸਾਡੇ ਕੋਈ ਇਸ ਤਰ੍ਹਾਂ ਦਾ ਖਿੱਚ ਖਿਚਾ ਹੈ ਨਹੀਂ ਸੀਗਾ, ਨਾ ਕੋਈ ਸਾਡਾ ਮੇਰਾ ਆਪਣੇ ਕਾਲਜ ਲਾਈਫ 'ਚ ਉਸ ਤੋਂ ਬਾਅਦ ਕੋਈ ਹਿੰਦੂਸ ਨਾਲ ਕੋਈ ਇਸ ਤਰ੍ਹਾਂ ਦਾ ਸੰਬੰਧ ਰਿਹਾ ਹੈ ਕਿ ਮੈਂ ਉਹਨਾਂ ਬਾਰੇ ਕੁਝ ਜਾਣ ਸਕਾਂ। ਉਸ ਤੋਂ ਬਾਅਦ ਮੈਂ ਦਰਬਾਰ ਸਾਹਿਬ ਦੇਖਿਆ ਹੈਗਾ ਆਫਟਰ 20 ਡੇਜ਼। ਮੈਂ ਆਪਣੇ ਦੋਸਤਾਂ ਨਾਲ ਗਿਆ ਤੇ ਅਸੀਂ ਗਵਰਨਮੈਂਟ ਪਰਮਿਸ਼ਨ ਨਾਲ ਗਏ ਸੀ। ਜਿਹੜਾ ਉੱਥੇ ਇਵੈਂਟਸ ਦੇਖੀਆਂ, ਲੋਕਾਂ ਦਾ ਇਕੱਠ ਦੇਖਿਆ ਤੇ ਇੱਕ ਤਰ੍ਹਾਂ ਦਾ ਰੋਹ ਦੇਖਿਆ ਸਾਰੀ ਸਿੱਖ ਪਬਲਿਕ ਦੇ ਵਿੱਚ, ਤੇ ਜਿਸ ਤਰ੍ਹਾਂ ਡਿਸਟਰਕਸ਼ਨਸ ਹੋਈ ਸੀ ਸਰੋਵਰ ਵਿੱਚੋਂ ਹਜੇ ਵੀ ਸਮੈਲ ਸੀਗੀ, ਪਰ ਮੈਂ ਕੋਈ ਇਸ ਤਰ੍ਹਾਂ ਦੀ ਨਾ ਤਾਂ ਕੋਈ ਬੋਡੀ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਸਰੋਵਰ 'ਚ ਦੇਖੀ ਹੈ, ਨਾ ਮੈਂ ਉਹਦਾ ਰੰਗ ਧੰਦਲਾ ਦੇਖਿਆ। ਹਾਂ, ਅਕਾਲ ਤਖਤ ਸਾਹਿਬ ਇੱਕ ਤਰ੍ਹਾਂ ਨਾਲ ਕਾਲਾ ਹੋਇਆ ਹੋਇਆ ਸੀ, ਵੱਡੇ ਵੱਡੇ ਮਘੋਰੇ ਸੀ ਉਹਦੇ 'ਚ, ਮੈਂ ਉਹਦੇ ਕੋਲ ਖੜ ਕੇ ਵੀ ਅਸੀਂ ਸੋਚਿਆ ਹੈਗਾ ਵੀ ਹਾਊ ਕੈਨ ਦੈਟ ਹੈਪਨ। ਬਾਕੀ ਤਾਂ ਜਿਹੜਾ ਲੰਗਰ ਵਾਲਾ ਪਾਸਾ, ਤੇਜਾ ਸਿੰਘ ਸਮੁੰਦਰੀ ਵਾਲਾ ਹਾਲ ਵਾਲਾ, ਉੱਥੇ ਜਾਣ ਨਹੀਂ ਸੀ ਦਿੰਦੇ। ਸੋ ਉਸ ਚੀਜ਼ ਦੀ ਇੱਕ ਚੀਜ਼ ਜ਼ਰੂਰ ਤੁਹਾਡੇ ਮਨ 'ਚ ਸੀ ਤੇ ਭਾਵਨਾ ਵੀ ਸੀਗੀ ਕਿ ਸਮਥਿੰਗ ਹੈਜ਼ ਟੂ ਬੀ ਡਨ। ਵਾਟ ਟੂ ਬੀ ਡਨ, ਇਹ ਹਜੇ ਸਾਡੇ ਕੋਲ ਇਸ ਦਾ ਆਨਸਰ ਨਹੀਂ ਸੀ। ਉਹ ਆਨਸਰ ਦੀ ਤਲਾਸ਼ 'ਚ ਅਸੀਂ ਵਾਪਸ ਆਪਣੇ ਘਰ ਆ ਗਏ ਹਾਂ ਲੁਧਿਆਣੇ। ਉਸ ਤੋਂ ਬਾਅਦ ਉਵੇਂ ਸਟੱਡੀਜ਼ ਵਗੈਰਾ ਰਿਜ਼ਿਊਮ ਕੀਤੀਆਂ ਨੇ। ਇਹ ਵੀ ਸੀਗਾ ਵੀ ਕਿਸੇ ਤਰ੍ਹਾਂ ਸਟੱਡੀਜ਼ ਆਪਣੀਆਂ ਕੰਪਲੀਟ ਕਰ ਲਈਏ, ਪਰ ਮਨ 'ਚ ਸੀਗਾ ਵੀ ਜੇ ਮੌਕਾ ਮਿਲਿਆ ਤਾਂ ਆਪਾਂ ਜ਼ਰੂਰ ਕੁਛ ਨਾ ਕੁਛ ਹਿੱਸਾ ਪਾਵਾਂਗੇ। ਉਸ ਲਈ ਇਹਦੇ ਸਾਲ ਦੇ ਵਿੱਚ ਅਸੀਂ ਆਪਣੇ ਆਪ ਨੂੰ ਪ੍ਰਪੇਅਰ ਵੀ ਕਰ ਰਹੇ ਸੀ। ਉਸੇ ਦੌਰਾਨ ਕਾਰਨੇਜ ਹੋਈ ਆ 6 ਦੀ 1984 'ਚ। ਉਸ ਤੋਂ ਪਹਿਲੇ ਇੰਦਰਾ ਗਾਂਧੀ ਮਾਰੀ ਗਈ ਆ। ਉਹ ਸਾਡੇ ਲਈ ਜ਼ਰੂਰ ਇੱਕ ਬੜਾ ਮਤਲਬ ਕਿ ਖੁਸ਼ੀ ਵਾਲਾ ਮਾਹੌਲ ਸੀ। ਇਹ ਤਾਂ ਹੈ ਨਹੀਂ ਕਿ ਅਸੀਂ ਲੱਡੂ ਵੰਡੇ ਆ, ਪਰ ਐਟ ਲੀਸਟ ਵੀ ਫੀਲ ਕਿ ਸਮਥਿੰਗ ਹੈਜ਼ ਬੀਨ ਡਨ। ਮਤਲਬ ਕਿ ਸਿੱਖਾਂ ਨੇ ਆਪਣੀ ਰਵਾਇਤ ਕਾਇਮ ਰੱਖੀ ਹੈ। ਪਰ ਉਸ ਤੋਂ ਬਾਅਦ ਜਿਹੜੀ ਕਾਰਨੇਜ ਹੋਈ ਆ ਉਹਦਾ ਜੋ ਇੰਪੈਕਟ ਹੋਇਆ, ਮੈਂ ਫਸਟ ਹੈਂਡ ਜਾ ਕੇ ਆਫਟਰ 13 ਡੇਜ਼ ਮੈਂ ਦਿੱਲੀ 'ਚ ਦੇਖਿਆ ਵੀ ਆ। ਐਂਡ ਅਰਾਊਂਡ 50,000 ਸਿੱਖ ਰੈਫਿਊਜੀ ਸੀਗੇ ਕੈਂਪਸ ਦੇ ਵਿੱਚ, ਜਸਟ ਲਾਈਕ ਜਿਵੇਂ ਅਸੀਂ ਸੁਣਦੇ ਸੀ ਕਿ 1947  'ਚ ਹੋਇਆ। ਉਹਨਾਂ ਨੂੰ ਮਤਲਬ ਕਿ ਦੇ ਵਰ ਇਨ ਅ ਵੈਰੀ ਟੈਰੇਬਲ ਸਿਚੁਏਸ਼ਨ। ਮੈਂ ਜਨਰਲ ਅਰੋੜਾ, ਪਤਵੰਤ ਸਿੰਘ, ਈਵਨ ਮਿਸਟਰ ਨਰੂਲਾ, ਉਹ ਚੀਫ ਜਸਟਿਸ ਵੀ ਰਹੇ ਆ ਦਿੱਲੀ ਹਾਈ ਕੋਰਟ ਦੇ, ਉਹ ਬੰਦਿਆਂ ਦੀਆਂ ਮੈਂ ਅੱਖਾਂ ਨਮ ਹੁੰਦੀਆਂ ਦੇਖੀਆਂ। ਰਜੌਰੀ ਗਾਰਡਨ ਦੇ ਗੁਰਦੁਆਰੇ 'ਚ ਮੈਂ ਵੀ ਉੱਥੇ ਸੀਗਾ। ਮਤਲਬ ਕਿ ਦੇ ਵਰ ਫੀਲਿੰਗ ਸੋ ਹੈਲਪਲੈਸ। ਇਸ ਕਰਕੇ ਮਤਲਬ ਕਿ ਉਹਦਾ ਇੰਪੈਕਟ ਸੀਗਾ, ਉਹ ਮੈਂ ਵਾਪਸ ਲੈ ਕੇ ਆਇਆ ਹਜੇ। ਪਰ ਇਹ ਨਹੀਂ ਸੀ ਸੋਚਿਆ ਵੀ ਕਰਨਾ ਕੀ ਹੈ, ਕਿਉਂਕਿ ਹਜੇ ਸਾਡੇ ਕੋਲ ਵੇ ਆਊਟ ਵੀ ਹੈ ਨਹੀਂ ਸੀਗਾ। ਪਰ ਫਿਰ ਹੌਲੀ ਹੌਲੀ ਵੇ ਆਊਟ ਬਣਿਆ, ਇਸ ਤਰ੍ਹਾਂ ਦੇ ਸੰਪਰਕ ਬਣੇ, ਪਰ ਚੰਗੇ ਹੀ ਬਣੇ। ਇਸ ਤਰ੍ਹਾਂ ਦਾ ਕੋਈ ਸਾਨੂੰ ਮਾੜਾ ਬੰਦਾ ਨਹੀਂ ਮਿਲਿਆ। ਫਿਰ ਆਊਟ ਆਫ ਏ ਸਡਨ ਮੈਂ ਜੁਲਾਈ 9, 1985 ਨੂੰ ਮੈਨੂੰ ਪ੍ਰੋਕਲੇਮਡ ਅਫੈਂਡਰ ਡਿਕਲੇਅਰ ਕਰਤਾ ਸੀ। ਪਰ ਮੈਂ ਉਸ ਤੋਂ ਪਹਿਲੇ
अपना 2-3 दिन पहले मैं अपना घर छड्डता सी ਜੀ ਤੇ ਮੈਂ ਪੂਰਾ ਮੱਥਾ ਟੇਕ ਕੇ ਪ੍ਰਪੇਅਰ ਹੋ ਕੇ ਹੀ ਗਿਆ ਸੀ। ਇਸ ਉਮਰ ਦੇ ਵਿੱਚ ਜਾਨੀ ਕਿ ਉਸ ਉਮਰ ਜਦੋਂ ਤੁਹਾਡੀ ਉਹ ਉਮਰ ਸੀਗੀ, ਉਸ ਉਮਰ ਦੇ ਵਿੱਚ ਦੁਨਿਆਵੀ ਤਰੱਕੀਆਂ ਕਰਨ ਨੂੰ ਦਿਲ ਕਰਦਾ ਹੈ ਤੇ ਤੁਹਾਡੇ ਲਈ ਤਾਂ ਸਾਰਾ ਕੁਝ ਪ੍ਰਤਾਖੀ ਸੀ ਕਿਉਂਕਿ ਫੈਮਿਲੀ ਬੈਕਗ੍ਰਾਉਂਡ ਸੀਗੀ। ਤੁਸੀਂ ਆਪ ਇੰਟੈਲੀਜੈਂਟ ਸੀ, ਫਿਰ ਉਜਲੇ ਭਵਿੱਖ ਜਾਂ ਕੈਰੀਅਰ ਨੂੰ ਜਦੋਂ ਤੁਸੀਂ ਲਾਂਭੇ ਕਰ ਦਿੱਤਾ, ਉਹਨੂੰ ਇੱਕ ਕਿਸਮ ਦੀ ਲੱਤ ਜਿਹੜੀ ਆ ਉਹ ਮਾਰ ਦਿੱਤੀ। ਜਦੋਂ ਇਹ ਸਭ ਕੁਝ ਕਰਨ ਲੱਗੇ ਤੇ ਦੁਨਿਆਵੀ ਕੈਲਕੂਲੇਸ਼ਨ ਨਹੀਂ ਕੀਤੀਆਂ ਤੁਸੀਂ? ਨਹੀਂ, ਕੋਈ ਸੈਕੰਡ ਥਾਟ ਤਾਂ ਹੈ ਹੀ ਨਹੀਂ ਸੀ। ਇਸ ਤਰ੍ਹਾਂ ਦਾ ਕੋਈ ਇਹ ਨਹੀਂ ਕਹਿ ਸਕਦੇ ਤੁਸੀਂ ਵੀ ਕੋਈ ਪੁਲਿਸ ਪ੍ਰੈਸ਼ਰ ਕਰਕੇ ਮੈਂ ਭੱਜਿਆ ਜਾਂ ਉਹਨਾਂ ਦੇ ਡਰ ਤੋਂ ਭੱਜੇ ਆ ਜੀ, ਜਿਵੇਂ ਕਿ ਸੁਭਾਵਕ ਹੁੰਦਾ ਹੈਗਾ। ਇਹ ਆਪਣੀ ਇੱਕ ਥਾਟ ਲੈ ਕੇ ਚੱਲੇ ਸੀ। ਥਾਟ ਸਾਡੇ ਮਨ 'ਚ ਉਦੋਂ ਬੜੀ ਕਲੀਅਰ ਸੀ ਕਿ ਇੱਕ ਤਾਂ ਕੋਈ ਨਾ ਕੋਈ ਜਿਹੜਾ ਹੈਗਾ, ਉਦੋਂ ਪਹਿਲੇ ਅਸੀਂ ਪੁਲਿਸ ਟਾਰਗੇਟ ਕੀਤੀ ਸੀ, ਪਰ ਉਹ ਵੀ ਬੜੀ ਸਿਲੈਕਟਿਵ ਕੀਤਾ ਸੀ। ਉਹ ਕੁਦਰਤੀ ਬਚ ਗਿਆ, ਦੈਟਸ ਅ ਡਿਫਰੈਂਟ ਸਟੋਰੀ। ਪਰ ਫਿਰ ਸਾਡੇ ਮਨ 'ਚ ਉਦੋਂ ਖਿਆਲ ਸੀ ਪੱਕਾ ਕਿ ਦਿੱਲੀ ਪੰਗਾ ਲੈਣਾ ਤੇ ਜ਼ਰੂਰ ਕੁਛ ਨਾ ਕੁਛ ਆਪਾਂ ਪ੍ਰੋਮੀਨੈਂਟ ਬੰਦੇ ਹਿੱਟ ਕਰਨੇ ਆ ਤੇ ਜ਼ਰੂਰ ਕੋਈ ਨਾ ਕੋਈ ਆਰਮੀ ਦਾ ਜਿਹੜੇ ਟੌਪ 3 ਜਰਨਲਸ ਨੇ ਉਹਨਾਂ 'ਚੋਂ ਕੋਈ ਨਾ ਕੋਈ ਹਿੱਟ ਕਰ। ਆਓ ਕਰਨਾ ਕਿਵੇਂ ਕਰਨਾ ਉਹ ਅਸੀਂ ਕਿਹਾ ਸੀ ਜਿਵੇਂ ਜਿਵੇਂ ਰਾਹ ਚੱਲੂਗਾ ਕਰਾਂਗੇ, ਪਰ ਬੜਾ ਕਲੀਅਰ ਸੀਗੀ ਪਿਕਚਰ। ਜੀ ਬਿਲਕੁਲ। ਜਦੋਂ ਪਹਿਲੀ ਵਾਰ ਤੁਸੀਂ ਟੀਵੀ ਦੇ ਉੱਤੇ ਲਲਿਤ ਮਾਕਨ ਦੀ ਖਬਰ ਜਿਹੜੀ ਆ ਉਹ ਸੁਣੀ, ਹਾਦਸਾ ਹੋ ਜਾਂਦਾ, ਉਹ ਸਾਰਾ ਜਿਹੜਾ ਘਟਨਾਕ੍ਰਮ ਹੋ ਜਾਂਦਾ ਤੇ ਉਸ ਸਮੇਂ ਕਿਹੋ ਜਿਹਾ ਅਹਿਸਾਸ ਸੀਗਾ ਤੁਹਾਡੇ ਅੰਦਰ ਕਿ ਤੁਹਾਡਾ ਟਾਰਗੇਟ ਜਿਹੜਾ ਉਹ ਪੂਰਾ ਹੋ ਗਿਆ, ਜਾਂ ਇਸ ਘਟਨਾ ਤੋਂ ਬਾਅਦ ਬਾਕੀ ਲੋਕਾਂ ਦਾ ਰਵੱਈਆ ਜਿਹੜਾ ਸੀਗਾ ਉਹ ਕੀ ਸੀ, ਕੀ ਤੁਹਾਨੂੰ ਸੁਣਨ ਲਈ ਮਿਲਿਆ? ਜਦੋਂ ਲਲਿਤ ਮਾਕਨ ਹਿੱਟ ਹੋਇਆ ਜੀ, ਉਹ ਸਾਡੇ ਲਈ ਪਹਿਲਾ ਟਾਰਗੇਟ ਸੀਗਾ। ਜੀ ਬਿਲਕੁਲ। ਸਾਡੇ ਸਾਰਿਆਂ ਨੇ ਇਹ ਸੋਚਿਆ ਸੀ ਪਹਿਲੇ ਇਹਨੂੰ ਹਿੱਟ ਕਰੋ, ਬਿਕੋਜ਼ ਹੀ ਵਾਸ ਵਨ ਆਫ ਦਾ ਪ੍ਰੋਮੀਨੈਂਟ ਪਰਸਨੈਲਿਟੀਜ਼ ਜਿਹਨੇ ਆਰਕੈਸਟ ਕੀਤਾ ਸੀਗਾ ਜਿਹੜੀ ਸਿੱਖ ਕਾਰਨੇਜ ਹੋਈ ਇਨ ਹਿਜ਼ ਓਨ ਏਰੀਆ। ਜੀ ਉਸ ਤੋਂ ਬਾਅਦ ਵੀ ਫੈਲਟ ਗੁੱਡ ਕਿ ਵੀ ਹੈਵ ਡਨ ਸਮਥਿੰਗ, ਅਸੀਂ ਕੁਛ ਨਾ ਕੁਛ ਆਪਣਾ ਇੱਕ ਟਾਰਗੇਟ ਅਚੀਵ ਕਰ ਲਿਆ। ਉਸ ਤੋਂ ਬਾਅਦ ਜ਼ਰੂਰ ਥੋੜਾ ਜਿਹਾ ਹਿੰਦੂ ਪ੍ਰਾਊਡ ਉੱਠਿਆ ਹੈਗਾ, ਜੋ ਸਾਡੀ ਇਨਫੋਰਮੇਸ਼ਨ ਹੈ, ਮਤਲਬ ਕਿ ਫੈਕਟ ਆ, ਪਰ ਉਹ ਫਿਰ ਆਪਣੇ ਹੀ ਡਰ ਨਾਲ ਚੁੱਪ ਕਰਕੇ ਬਹਿ ਗਏ। ਉਸ ਤੋਂ ਬਾਅਦ ਅਸੀਂ ਜੋ ਦਿੱਲੀ ਸਿੱਖਾਂ ਨੂੰ ਮਿਲੇ ਆ ਜਾਂ ਬਾਅਦ ਚ ਮੇਰੀਆਂ ਹੁਣ ਗੱਲਬਾਤ ਹੁੰਦੀਆਂ ਨੇ ਤਾਂ ਈਵਨ ਪ੍ਰੋਮੀਨੈਂਟ ਸਿੱਖਸ ਨੇ ਇਹ ਕਿਹਾ ਸੀ ਵੀ ਸਾਡਾ ਥੋੜਾ ਅਸੀਂ ਵਾਪਸ ਹੌਸਲਾ ਭਰ ਗਏ ਜੀ, ਵੀ ਸਾਡੇ ਅਸੀਂ ਹੁਣ ਦਿੱਲੀ ਰਹਿਣ ਜੋਗੇ ਹੋ ਗਏ, ਨਹੀਂ ਤਾਂ ਅਸੀਂ ਘਰਾਂ ਚ, ਉਹਨਾਂ ਦੇ ਵਰਡਸ ਨੇ ਨਾਟ ਮਾਈ ਵਰਡਸ, ਤੇ ਨਹੀਂ ਤਾਂ ਅਸੀਂ ਘਰਾਂ ਚੋਂ ਆਪਣੇ ਕੰਮਾਂ ਤੇ ਜਾਣ ਲਈ, ਕਾਰੋਬਾਰਾਂ ਜਾਣ ਲਈ ਸਾਨੂੰ ਡਰ ਲੱਗਦਾ ਸੀ ਕਿ ਇਟ ਕੈਨ ਹੈਪਨ ਅਗੇਨ ਐਂਡ ਦੇ ਵਰ ਫੀਲਿੰਗ ਵੈਰੀ ਇਨਸਿਕਿਉਰ। ਐਟਲੀਸਟ ਉਹਨਾਂ ਚ ਇੱਕ ਸਿਕਿਉਰਿਟੀ ਦੀ ਸੈਂਸ ਆਈ ਸੀ। ਸਾਡਾ ਜਿਹੜਾ ਮੋਟਿਵ ਸੀਗਾ ਹਿੱਟ ਕਰਨ ਦਾ, ਇਟ ਵਾਸ ਨਾਟ ਪਰਸਨਲ ਜੀ, ਇਹ ਸੀਗਾ ਵੀ ਕੋਈ ਨਾ ਕੋਈ ਅਸੀਂ ਸਟੇਟਮੈਂਟ ਦੇਣੀ ਆ ਜਿਹਦੇ ਨਾਲ ਸਿੱਖ ਜਿਹੜੇ ਇਮੋਸ਼ਨਲੀ ਦੇ ਕੈਨ ਲਿਟਲ ਫੀਲ ਕਿ ਅਸੀਂ ਥੋੜਾ ਜਿਹਾ ਸਾਡੀ ਡਰੇਨੇਜ ਘੱਟ ਹੋਈ ਹੈ, ਰਿਡਿਊਸ ਹੋਈ ਹੈ। ਕਿਉਂਕਿ ਉਦੋਂ ਪੰਜਾਬ 'ਚ ਵੀ ਦਿੱਲੀ 'ਚ ਵੀ ਸਾਰੇ ਪਾਸੇ ਇਹੀ ਮਾਹੌਲ ਸੀ ਵੀ ਹੁਣ ਤਾਂ ਮਾਰੇ ਗਏ ਐਂਡ ਵੀ ਹੈਵ ਨੋ ਵੇ ਆਊਟ। ਉਹ ਨੋ ਵੇ ਆਊਟ ਦਾ ਅਸੀਂ ਪਹਿਲਾ ਸਟੈਪ ਚੁੱਕਿਆ ਸੀ ਕਿ ਸਮਥਿੰਗ ਜਿਹੜਾ ਕਰੋ ਉਹ ਪ੍ਰੋਮੀਨੈਂਟ ਹਿੱਟ ਕਰੋ ਜਿਹੜੀ ਕਿ ਸਟੇਟ ਨੂੰ ਸਿੱਧੀ ਸੱਟ ਮਾਰਦੀ ਹੋਵੇ, ਕਿਉਂਕਿ ਅਸੀਂ ਸੋਚ ਕੇ ਹੀ ਚੱਲੇ ਸੀ ਵੀ ਅਸੀਂ ਜੋ ਵੀ ਕਰਨਾ ਉਹ ਸਟੇਟ ਦੇ ਖਿਲਾਫ ਕਰਨਾ, ਨਾਟ ਕਿ ਇੰਡੀਵਿਜੂਅਲ ਜੀ। ਬਿਲਕੁਲ। ਲਲਿਤ ਮਾਕਨ ਕਾਂਡ ਤੋਂ ਬਾਅਦ ਤੁਸੀਂ ਅਮਰੀਕਾ ਚਲੇ ਗਏ 14 ਸਾਲ ਦੀ ਜੀ? ਨਹੀਂ, ਉਸ ਤੋਂ ਬਾਅਦ ਮਹੀਨੇ ਬਾਅਦ ਅਰਜਨ ਦਾਸ ਨੂੰ ਹਿੱਟ ਕੀਤਾ, ਜਿਹੜਾ ਸੈਕੰਡ ਮਤਲਬ ਕਿ ਹੀ ਵਾਸ ਪ੍ਰੋਮੀਨੈਂਟ ਇਨ ਦੈਟ ਦਿੱਲੀ ਸਿੱਖ ਕਾਰਨੇਜ ਦੇ ਵਿੱਚ ਜੀ। ਉਸ ਤੋਂ ਬਾਅਦ ਮੈਂ ਅਮਰੀਕਾ ਤਾਂ ਮੈਂ ਨੈਕਸਟ ਈਅਰ ਗਿਆ ਹੈਗਾ 86 ਜੀ। ਉਸ ਤੋਂ ਬਾਅਦ ਅਸੀਂ ਥੋੜਾ ਚਿਰ ਪੂਨੇ ਰਹੇ ਹੈਗੇ ਆ। ਪੂਨੇ ਮਤਲਬ ਕਿ ਉੱਥੇ ਹੀ ਟਾਰਗੇਟ ਸੀਗਾ ਜਨਰਲ ਵੈਦਿਆ, ਗਏ ਤਾਂ ਵੀ ਆਰ ਆਫਟਰ ਡਿਫਰੈਂਟ ਜਨਰਲ, ਬਟ ਸਮਹਾਉ ਉਹ ਵਿੱਚ ਆ ਗਿਆ ਤੇ ਸਾਨੂੰ ਵੀ ਥਾਟ ਅਬਾਊਟ ਇਟ ਕਿ ਹੀ ਇਜ਼ ਚੀਫ ਆਫ ਦਾ ਆਰਮੀ ਤੇ ਇਹੀ ਹਿੱਟ ਹੋਣਾ ਚਾਹੀਦਾ ਜੀ। ਮਤਲਬ ਕਿ ਜ਼ਿਆਦਾ ਸਾਡੀ ਵੱਡੀ ਸਟੇਟਮੈਂਟ ਹੋਊਗੀ rather than we go into other logistics ਜੀ। ਉਹ ਚੀਜ਼
ਸਾਰਾ ਕਰਨ ਤੋਂ ਬਾਅਦ ਉੱਥੇ ਘਰ ਲੈਣ ਸਾਰਾ ਕਰਕੇ ਆਫਟਰ ਦੈਟ ਮੈਂ अर्ली 86 ਦੇ ਵਿੱਚ ਫਿਰ ਅਸੀਂ ਬਹਿ ਕੇ ਸਲਾਹ ਕੀਤੀ ਸੀ ਆਪਸ ਕਿ ਆਪਾਂ ਆਪਣੇ ਜਿਹੜੇ ਗੋਲ ਸੀਗੇ ਘਰੋਂ ਆਉਣ ਵਾਲੇ ਉਹ ਤਾਂ ਤਕਰੀਬਨ ਆਪਾਂ ਪੂਰੇ ਕਰ ਲਏ। ਉਹ ਰੱਬ ਦੀ ਮਿਹਰ ਨਾਲ ਹੋ ਵੀ ਗਏ। ਆਲਮੋਸਟ ਉਦੋਂ ਸੀਗਾ ਕਿ ਸਰਟਨ ਹੀ ਸੀਗਾ ਕਿ ਜਨਰਲ ਹਿੱਟ ਹੋ ਜਾਊਗਾ। ਇਟ ਵਾਸ ਮੈਟਰ ਆਫ ਟਾਈਮ ਜੀ। ਤੇ ਅਸੀਂ ਵੀ ਵਰ ਵੈਰੀ ਕੌਨਫੀਡੈਂਟ ਇਟ ਵਿਲ ਬੀ ਡਨ। ਤੇ ਇਹ ਸੀਗਾ ਕਿ ਸਾਨੂੰ ਉਦੋਂ ਕੋਈ ਰਾਜਨੀਤਿਕ ਸੂਝ-ਬੂਝ ਨਹੀਂ ਸੀ। ਨੋਟ ਵੀ ਹੈਡ ਐਨੀ ਸਿਵਿਕ ਸੈਂਸ ਕਿ what to do next। ਇਹ ਤਾਂ ਹੈ ਨਹੀਂ ਸੀ ਵੀ ਕਿਸੇ ਤਰ੍ਹਾਂ ਕੋਈ ਜਿਹੜਾ ਪਾਥ ਆ it is taking us back। we were always looking ahead and with a positive mind ਜੀ। ਕੋਈ ਐ ਨਹੀਂ ਸੀ ਡਰ ਭੈ ਵਾਲੀ ਤਾਂ ਕੋਈ ਗੱਲ ਹੀ ਨਹੀਂ ਸੀ। we were always head of the ਜਿਹੜੀਆਂ ਸਿਕਿਉਰਿਟੀ ਸੀਗਾ ਵੀ ਕੋਈ ਸਾਡੇ ਤੇ ਪਹੁੰਚ ਨਾ ਸਕੇ। ਬਹੁਤਾ ਉਦੋਂ ਸਿਕਿਉਰਿਟੀ ਨੂੰ they didn't know much about us ਜੀ। ਕੋਈ ਸਾਡਾ ਕਿਤੇ ਨਾਂ ਨਹੀਂ ਸੀ ਹੋਇਆ। nor do we were anything ਕਿ ਸਾਨੂੰ ਲਿੰਕ ਕਰਦੇ ਹੁਣ ਕਿਸੇ ਨਾਲ ਕਿ ਅਸੀਂ we are behind the Delhi ਜਿਹੜੀਆਂ assassinations ਹੁੰਦੀਆਂ। ਉੱਥੋਂ ਮੈਂ ਅਸੀਂ ਸਲਾਹ ਕਰਕੇ ਕਿਉਂਕਿ I was more educated than other people, no doubt ਕਿ other people ਵੀ ਸੀਗੇ ਪਰ ਬਹੁਤੇ ਨਹੀਂ ਸੀ ਜੀ। ਅਸੀਂ ਕੋਈ ਬਹੁਤਾ ਵੱਡਾ ਵੀ ਨਹੀਂ ਸੀ। ਅਸੀਂ ਉਸ ਤੋਂ ਬਾਅਦ ਅਸੀਂ ਸੀਗੇ ਵੀ ਬਹੁਤ ਯੰਗ, ਥੋੜੇ ਯੰਗ ਮਾਈਂਡ ਹੁੰਦਾ ਵੀ ਫਟਾਫਟ ਕੁਛ ਨਾ ਕੁਛ ਹੋਣਾ ਚਾਹੀਦਾ। ਸੋ ਅਸੀਂ ਅਰੇਂਜਮੈਂਟ ਕੀਤੇ ਨੇ। ਸੋ ਆਈ ਵੈਂਟ ਟੂ US ਤਾਂ ਆਏ ਸੀ ਕਿ we thought ਕਿ it is the suitable place ਕਿ ਜਿੱਥੇ ਜਾ ਕੇ we can look for the links ਕਿ ਕੀ ਆਪਣੇ ਸਿੱਖਸ ਜਿਹੜੇ ਨੇ how much support or any rapport they have with any government ਜਿਹੜੀ ਕਿ ਸਿੱਖ ਸਟਰਗਲ ਨੂੰ ਸਪੋਰਟ ਕਰ ਸਕੇ। ਮੇਰੇ ਕੋਲ ਇਹ ਵੀ ਆਪਸ਼ਨ ਸੀ ਕਿ ਮੈਂ ਪਾਕਿਸਤਾਨ ਚਲਾ ਜਾਂਦਾ ਪਰ ਅਸੀਂ ਪਾਕਿਸਤਾਨ ਨੂੰ ਜੋ ਕਹਿੰਦੇ ਸੀ ਬਈ ਸਾਨੂੰ ਪਹਿਲੇ ਆ ਕੰਡੀਸ਼ਨਸ ਲਿਆ ਕੇ ਦਿਓ ਕਿ ਸਾਡੇ ਮਤਲਬ ਕਿ ਜਿਹੜਾ ਯੂਥ ਆ ਸਿੱਖ ਯੂਥ ਆ ਉਹਨੂੰ ਕਿਸ ਤਰ੍ਹਾਂ ਉਹ ਸਾਨੂੰ ਸਪੋਰਟ ਕਰਨਗੇ। ਉਹ ਦੇ ਵਰ ਨਾਟ ਐਗਰੀਇੰਗ ਟੂ ਐਨੀਥਿੰਗ। ਸੋ ਇਟ ਵਾਸ ਨੋ ਯੂਜ਼ ਗੋਇੰਗ ਦੇਅਰ। ਉਸ ਕਰਕੇ US ਆਇਆ ਮੈਂ ਐਂਡ ਦੈਟ ਵਾਸ ਦਾ ਏਮ ਕਿ US ਆ ਕੇ ਫਸਟ 6 months ਜਾਂ ਮੈਂ 1.5 ਸਾਲ ਬਾਹਰ ਰਿਹਾ ਜੀ। ਮੈਂ ਆਪਣੇ ਆਪ ਨੂੰ ਐਜੂਕੇਟ ਕੀਤਾ। ਉੱਥੇ ਆ ਕੇ ਮੈਨੂੰ ਪਤਾ ਲੱਗਿਆ ਕਿ ਬੀਇੰਗਸ ਜਿਹੜੀਆਂ ਸਟੱਡੀਜ਼ ਨੇ ਯੂਨੀਵਰਸਿਟੀ ਦੀਆਂ ਤੇ ਅਦਰ ਦੈਨ ਦੈਟ ਬੀਇੰਗ ਐਜੂਕੇਟਡ ਜਿਹੜਾ ਕਿ ਸਟੱਡੀ ਦਾ ਮੇਨ ਏਮ ਟੂ ਐਜੂਕੇਟ yourself that was very much missing in my studies। ਮੈਂ ਥੋੜਾ ਡਿਫਰੈਂਟ ਸਬਜੈਕਟ ਚੁਣਨ ਲੱਗਿਆ। IRA ਹੈ ਆਇਰਲੈਂਡ ਦੇ ਵਿੱਚ ਜਿਹੜੀ ਨਾਰਥ ਆਇਰਲੈਂਡ ਜਿਨ੍ਹਾਂ ਨੇ ਬ੍ਰਿਟਿਸ਼ ਦੇ ਨਾਲ ਸਦੀਆਂ ਬੱਧੀ ਸਟਰਗਲ ਲੜਿਆ। ਉਹਨਾਂ ਦਾ ਵੀ ਉਹਨਾਂ ਦੀ ਆਇਡੈਂਟੀਟੀ ਦਾ ਸਟਰਗਲ ਸੀ, ਸਾਡਾ ਵੀ ਆਇਡੈਂਟੀਟੀ ਦਾ ਸੀਗਾ ਤੇ ਪੋਲੀਟੀਕਲ ਸਟਰਗਲ ਸੀ। ਸੇਮ ਵੇ ਉਹਨਾਂ ਦਾ ਸੀ। ਉਹਦੇ ਨਾਲ ਸਾਡੀ ਕਾਫੀ ਸਿਮਿਲੈਰਿਟੀਜ਼ ਰਲਦੀਆਂ ਜੀ। ਉਹ ਵੀ ਤਾਂ ਹੀ ਇੱਕ ਤਾਂ ਉਹਨਾਂ ਕੋਲੇ ਬੜੀ ਸ਼ੂਡ ਪੋਲੀਟੀਕਲ ਕਲਾਸ ਸੀ ਜਿਹੜੀ ਵਿਚ ਵਾਸ ਮਿਸਿੰਗ ਇਨ ਦਾ ਸਿੱਖ ਸਟਰਗਲ ਜੀ। ਉਹ ਵੀ ਬਾਹਰ ਅਮਰੀਕਾ ਵਗੈਰਾ ਆਏ ਗਏ ਸੀ ਜਿਹੜੀ ਸਿਨਫੈਨ ਉਹਨਾਂ ਦੀ ਪੋਲੀਟੀਕਲ ਆਰਗੇਨਾਈਜੇਸ਼ਨ ਜੀ। ਉਹਨਾਂ ਚੋਂ ਹੀ ਬੰਦੇ ਆਰਮੀ ਕੌਂਸਲ ਜਿਹੜੀ ਗਵਰਨ ਕਰਦੀ ਸੀ IRA ਉਹਨਾਂ ਚੋਂ ਮੈਂਬਰ ਸੀ। ਪਰ ਵੱਡੀ ਗੱਲ ਸੀ ਕਿ ਮਿਲਟਰੀਲੀ ਉਹਨੂੰ ਸਪੋਰਟ ਚਾਹੀਦੀ ਆ ਟੂ ਕੈਰੀ ਯੋਰ ਪੋਲੀਟੀਕਲ ਸਟਰਗਲ ਇਨ ਅ ਫਾਰਮੀਡੇਬਲ ਮੈਨਰ। ਉਹ ਉਹਨਾਂ ਨੂੰ ਜਿਹੜੀ ਸੀਗੀ ਕਿ IRA ਤੋਂ ਸਪੋਰਟ ਸੀ ਪਰ IRA ਨੂੰ ਵੀ ਕਿਸੇ ਨੇ ਸਪੋਰਟ ਕਰਨੀ ਸੀ। then they can fight it out and Libya ਜਾਂ ਸੂਡਾਨ ਉਹਨਾਂ ਨੂੰ ਟ੍ਰੇਨਿੰਗ ਵੀ ਮਿਲੀ ਹੈ, ਸਪੋਰਟ ਵੀ ਮਿਲੀ ਹੈ। that same thing happened with the ਤਾਮਿਲਸ ਨੂੰ ਇੰਡੀਆ ਦੇ ਵਿੱਚ ਸਪੋਰਟ ਮਿਲੀ ਹੈ, ਟ੍ਰੇਨਿੰਗ ਮਿਲੀ ਹੈ। ਜੋ ਇਜ਼ਰਾਈਲ ਚ ਜਾ ਕੇ ਇੰਡੀਆ ਨੇ ਉਹਨਾਂ ਨੂੰ ਟ੍ਰੇਨਿੰਗ ਦਵਾਈ ਹੈ। ਉਸ ਤੋਂ ਬਾਅਦ ਤਬਦੀਲੀ ਉਹ ਵੀ ਤਾਮਿਲਸ ਵੀ ਲੈ ਗਏ ਸੀਗੇ। ਉਸ ਤੋਂ ਬਾਅਦ ਸਮਥਿੰਗ ਹੈਪਨਡ assassination ਰਾਜੀਵ ਗਾਂਧੀ ਦੀ ਹੋਈ ਆ ਜੀ। everything came down and ਉਸ ਤੋਂ ਬਾਅਦ ਸ਼੍ਰੀਲੰਕਨ ਆਰਮੀ ਨੇ ਕਰਤਾ। now they are ਸ਼੍ਰੀਲੰਕਨ ਆਰਮੀ is charged with the war crimes। ਉਹਨਾਂ ਦੀ ਇਨਕੁਆਇਰੀ ਚੱਲ ਰਹੀ ਹੈ। ਇਸੇ ਤਰ੍ਹਾਂ IRA ਸਿਨਫੈਨ ਦਾ ਹੋਇਆ ਕਿ ਉਹਨਾਂ ਨੇ ਸੂਝ-ਬੂਝ ਨਾ ਕਰਕੇ ਅਲਟੀਮੇਟਲੀ ਇੰਗਲੈਂਡ ਵਰਗੀ ਐਡੀ ਸੁਪਰ ਪਾਵਰ ਨੂੰ ਉਹਨਾਂ ਨਾਲ ਨੈਗੋਸ਼ੀਏਟ ਕਰਨਾ ਪਿਆ। ਨੈਗੋਸ਼ੀਏਟਡ ਸੈਟਲਮੈਂਟ ਹੋਈ ਆ। now they are running the government। ਇਹ ਨਹੀਂ ਕਿ ਇੰਡੀਪੈਂਡੈਂਟ ਰਨ ਕਰ ਰਹੇ ਪਰ autonomous government they are running it। same way happened with Tamils। they got the autonomy ਕੀਤਾ ਪਰ ਆਪਣੇ ਜਿਹੜੇ ਗੋਲ ਸੀ ਟੂਵਰਡਸ ਦਾ ਸਿੱਖ ਜੇ ਆਪਾਂ ਲਈਏ
ਇਸ ਤਰ੍ਹਾਂ ਦਾ ਕੋਈ ਥਾਟ ਪ੍ਰੋਸੈਸ ਨਹੀਂ ਸੀ ਜੀ। ਤੁਸੀਂ ਉੱਥੇ ਰਿਫਿਊਜੀ ਕਾਨੂੰਨ ਦੇ ਤਹਿਤ ਤੁਸੀਂ ਉੱਥੇ ਵੀ ਰਹਿ ਸਕਦੇ ਸੀਗੇ 14 ਸਾਲ ਦੀ ਤੁਸੀਂ ਉੱਥੇ ਸਜ਼ਾ ਜਿਹੜੀ ਆ ਉਹ ਕੈਦ ਹੈ ਕੱਟੀ ਆ ਫਿਰ ਤੁਸੀਂ ਉੱਥੇ ਕਿਉਂ ਨਹੀਂ ਰਹੇ ਹੈਗੇ ਭਾਰਤ ਆਉਣ ਨੂੰ ਪਹਿਲ ਕਿਉਂ ਦਿੱਤੀ ਮੈਂ ਕੋਈ ਉੱਥੇ ਮਤਲਬ ਕਿ ਇਹ ਨਹੀਂ ਸੀ ਕਿ ਮੈਂ ਕੋਈ ਸਜ਼ਾ ਭੁਗਤ ਰਿਹਾ ਸੀ ਆਈ ਵਾਸ ਹੈਲਡ ਅਪ ਬਿਕੋਜ਼ ਆਫ ਐਕਸਟ੍ਰੈਡੀਸ਼ਨ ਪ੍ਰੋਸੀਡਿੰਗਸ ਜੀ extradition proceedings went on and on for 13 and a half years, almost close to 14 years. जी. ਉਹਦੇ hearings ਹੋਈਆਂ ਨੇ ਪਹਿਲੀ ਵਾਰੀ ਥੋੜਾ ਸੈਟਬੈਕ ਹੋਈ ਆ ਪਰ ਸੈਕੰਡ ਟਾਈਮ ਤੋਂ ਬਾਅਦ ਫਿਰ ਦੋ ਵਾਰੀ ਦੁਬਾਰਾ ਹੋਈ ਆ ਜੀ ਗਵਰਨਮੈਂਟ ਆਫ ਇੰਡੀਆ ਨੇ ਪ੍ਰੂਵ ਕਰਨਾ ਸੀ ਕਿ ਮੇਰੇ ਦੇ ਹੈਵ ਸਰਟਨ ਮਤਲਬ ਕਿ ਉਹਨਾਂ ਕੋਲੇ ਦੇ ਥਿੰਕ ਕਿ ਆਈ ਐਮ ਇਨਵੋਲਵਡ in the killings ਤੇ ਮੇਰਾ ਕੋਈ ਹੱਥ ਹੈ ਉਸ ਦੇ ਵਿੱਚ ਅਜ਼ੂਮ ਕਰਾਉਣਾ ਸੀ ਉਹਨਾਂ ਨੇ ਜੱਜ ਨੂੰ ਕਿ I could be but they failed to do it ਉਸ ਤੋਂ ਬਾਅਦ I had ਜਦੋਂ ਮੈਂ ਲਾਸਟ ਵਾਰੀ ਜਿੱਤਿਆ ਤਾਂ ਮੇਰੇ ਕੋਲ ਆਪਸ਼ਨ ਸੀਗੀ ਕਿ I could go for asylum or for the refugee stay ਤੇ ਮੇਰੇ ਅਟਾਰਨੀਜ਼ ਵੀ ਬਹੁਤ ਮਤਲਬ ਕਿ they were very ਮਤਲਬ ਕਿ learned ਸੀਗੇ very ਮਤਲਬ ਕਿ good ਜਿਹੜੇ ਫਾਈਟਰ ਸੀ ਉਹ ਸੀਗੇ and they basically taught us a lot ਮੈਨੂੰ ਤਾਂ ਉਹਨਾਂ ਨੇ ਕਾਫੀ ਸਿੱਖਿਅਤ ਕੀਤਾ ਹੈਗਾ during my stay in the New York prison ਉਹਨਾਂ ਨੇ ਮਤਲਬ ਕਿ ਉਸ ਤੋਂ ਬਾਅਦ ਆਪਸ਼ਨ ਮੈਂ ਰਿਫਿਊਜ਼ ਕਰਤੀ ਅਸਾਈਲਮ ਦੀ ਵੀ ਰਿਫਿਊਜੀ ਦੀ ਵੀ then my attorneys they wrote back to the US government ਕਿ we want to be extradited extradite ਤਾਂ ਹੋਇਆ ਸੀਗਾ ਕਿ ਜਿਹੜੇ ਉਸ ਕਾਨੂੰਨ ਤਹਿਤ ਮੇਰੇ ਤੇ ਕੋਈ ਹੋਰ ਕੇਸ ਨਹੀਂ ਚੱਲੂਗਾ ਕਿਉਂਕਿ ਮੇਰੇ ਹੋਰ ਵੀ ਸੈਵਰਲ ਕੇਸਿਸ ਪੈਂਡਿੰਗ ਸੀਗੇ ਉਸ ਚੀਜ਼ ਤੇ ਗਵਰਨਮੈਂਟ ਆਫ ਯੂਐਸ ਨੇ ਦੁਬਾਰਾ ਮੇਰੇ ਅਟਾਰਨੀਸ ਨੂੰ ਪੁੱਛਿਆ ਵੀ ਆਰ ਯੂ ਸ਼ੋਰ ਤੁਸੀਂ ਇੰਨਾ ਚਿਰ ਲੜੇ ਆ ਜੀ ਪਰ ਮੈਂ ਕਿਹਾ ਵੀ ਆਰ ਸ਼ੋਰ ਅਸੀਂ ਹੁਣ ਬੈਕ ਵਾਪਸ ਜਾਣਾ ਆਈ ਜਸਟ ਵਾਂਟਡ ਟੂ ਪ੍ਰੂਵ ਕਿ ਆਈ ਐਮ ਨਾਟ ਇਨਵੋਲਵਡ ਇਨ ਦਾ directly in the violence ਮੈਂ ਆਪਣੀ ਐਸੋਸੀਏਸ਼ਨ ਤੋਂ ਨਾ ਪਹਿਲੇ ਡਿਨਾਈ ਕੀਤਾ ਨਾ ਮੈਂ ਹੁਣ ਕਰਦਾ ਤੇ ਚਾਹੇ ਮੈਂ ਮਾਰਿਆ ਜਾਂ ਮੇਰੇ ਨਾਲ ਦੇ ਨੇ ਮਾਰਿਆ ਪਰ ਮੈਂ ਕਨਵਿਕਟਡ ਜ਼ਰੂਰ ਹੈਗਾ ਲਵ ਮਾਪਨ ਕਿਲਿੰਗ ਦੇ ਵਿੱਚ ਤੇ ਉਸ ਕਰਕੇ ਮੈਂ ਸਜ਼ਾ ਵੀ ਭੁਗਤੀ ਆ ਜੀ ਉਹ ਇੱਕ ਜਿਹੜੀ ਸੈਕੰਡ ਵੱਡੀ ਗੱਲ ਯੂਐਸ ਚ ਹੋਈ ਸੀ ਆਫਟਰ 2 years of my case ਜਿਹੜਾ ਨੈਸ਼ਨਲ ਲਾਅ ਜਰਨਲ ਆ ਕਾਫੀ ਪ੍ਰੋਮੀਨੈਂਟ ਲਾਅ ਜਰਨਲ ਆ ਯੂਐਸ ਦੇ ਵਿੱਚ ਜੀ ਉਹਦੇ ਵਿੱਚ ਖਬਰ ਛਪੀ ਸੀ ਕਿ ਮੈਂ ਟੈਰਰਿਸਟ ਨਹੀਂਗਾ ਆਈ ਐਮ ਅ ਸਿੱਖ ਐਕਟਿਵਿਸਟ ਜੀ ਮੈਂ ਕੋਰਟ 'ਚ ਵੀ ਪ੍ਰੂਵ ਕਰਤੀ ਸੀ ਜਿਹੜੀ ਕਿ ਬਹੁਤ ਵੱਡੀ ਅਚੀਵਮੈਂਟ ਸੀ ਈਵਨ ਜਿਹੜੀ ਨਿਊਯਾਰਕ ਦੀ ਬਾਰ ਐਸੋਸੀਏਸ਼ਨ ਆ ਉਹਨਾਂ ਨੇ ਮੇਰੇ ਕੇਸ ਦੇ ਵਿੱਚ ਪ੍ਰੋ ਬੋਨੋ ਸਪੋਰਟ ਦਿੱਤੀ ਆ ਐਮਨੈਸਟੀ ਇੰਟਰਨੈਸ਼ਨਲ ਨੇ ਮੇਰੇ ਲਈ ਐਮਿਕਸ ਕਿਊਰੀ ਫਾਈਲ ਕੀਤੀ ਸੀ ਉਹਨਾਂ ਨੇ ਈਵਨ ਨੈਲਸਨ ਮੰਡੇਲਾ ਦੇ ਕੇਸ ਵਿੱਚ ਇਦਾਂ ਦੀ ਚੀਜ਼ ਫਾਈਲ ਨਹੀਂ ਸੀ ਕੀਤੀ ਜਿੱਥੇ ਵਾਇਲੈਂਸ ਇਨਵੋਲਵਡ ਹੋਵੇ ਤੁਸੀਂ ਕਿਸੇ ਤਰ੍ਹਾਂ ਦਾ ਤੁਹਾਡੇ ਤੇ ਅਜ਼ੰਪਸ਼ਨ ਹੋਵੇ ਦੇ ਡੋਂਟ ਇੰਟਰਵੀਨ ਦੇ ਕੈਨ ਆਸਕ ਕਿ ਇਹਨੂੰ ਮਤਲਬ ਕਿ ਸਹੀ ਟ੍ਰਾਇਲ ਮਿਲਣਾ ਚਾਹੀਦਾ ਕਿਵੇਂ ਪਰ ਦੇ ਡੋਂਟ ਕਮ ਡਾਇਰੈਕਟਲੀ ਇਨ ਯੂਰ ਸਪੋਰਟ ਜੀ ਇਸੇ ਤਰ੍ਹਾਂ ਮੈਨੂੰ ਹੋਰ ਪ੍ਰੋਮੀਨੈਂਟ ਜਿਹੜੇ ਯੂਐਸ ਦੇ ਲਾਅ ਪ੍ਰੋਫੈਸਰ ਸੀਗੇ ਉਹਨਾਂ ਨੇ ਮੇਰੇ ਹੱਕ ਦੇ ਵਿੱਚ ਦੇ ਫਾਈਲ ਦੇ ਬਰੀਫ ਬਿਫੋਰ ਦਾ ਕੋਰਟ ਜੀ ਈਵਨ ਮਤਲਬ ਕਿ ਜਿਹੜਾ ਹੋਰ ਵੱਡਾ ਇਨਸੀਡੈਂਟ ਹੋਇਆ ਸੀ ਕਿ ਜਿਹੜੀ ਯੂਐਸ ਪ੍ਰੋਸੀਕਿਊਟਰ ਸੀ ਜਿਹੜੀ ਯੂਐਸ ਅਟਾਰਨੀ ਹੁੰਦੀ ਆ she has to be arrested because she was deeply involved with the Indian intelligence during my case and that was proven she pleaded guilty and she was barred from law ਪਰ ਮੈਂ pursue ਨਹੀਂ ਕੀਤਾ ਉਹ ਕੇਸ ਸਾਡੇ ਅਟਾਰਨੀਸ ਨੇ ਮੈਂ ਕਿਹਾ ਮੈਂ ਕੁਝ ਲੈਣਾ ਦੇਣਾ ਨਹੀਂਗਾ ਪਰ it became a big story ਜਿਹੜੀ ਕਿ ਅੱਜ ਤੱਕ ਯੂਐਸ ਦੀ ਹਿਸਟਰੀ 'ਚ ਏਦਾਂ ਦਾ ਹੋਇਆ ਨਹੀਂ ਜੀ ਮਤਲਬ ਕਿ ਇੰਨਾ ਇਨਫਲੂਐਂਸ ਸੀਗਾ ਗਵਰਨਮੈਂਟ ਦਾ ਕਿ they can go to that much extent even in US ਜੀ ਜੀ ਬਿਲਕੁਲ ਬਿਲਕੁਲ ਮੈਨੂੰ ਤਕਰੀਬਨ ਮਤਲਬ ਕਿ 20 ਸਾਲ ਵੈਸੇ ਤਾਂ ਟੋਟਲ ਲੱਗ ਗਏ ਸੀ ਪਰ ਮੇਰੇ 18 ਸਾਲ ਪ੍ਰਿਜ਼ਨ 'ਚ ਗੁਜ਼ਰੇ ਆ ਜੀ 4 ਸਾਲ ਮੈਨੂੰ ਤਿਹਾੜ 'ਚ ਵੀ ਲੱਗੇ ਬਿਲਕੁਲ ਹਾਰਡ ਆ ਪਹਿਲੀ ਪ੍ਰਿਜ਼ਨ ਵੀ ਬਹੁਤ ਹਾਰਡ ਸੀਗੀ ਜਿਹੜਾ ਮੇਰੇ ਤੇ ਅਮੀਰ ਖਾਨ ਨੇ ਮੇਰੇ ਤੇ ਡਾਕੂਮੈਂਟਰੀ ਕੀਤੀ ਸੀ ਮੇਰੀ ਲਾਈਫ 'ਚ ਜੀ ਜੀ ਬਿਲਕੁਲ ਉਹਨਾਂ ਨੇ ਰੂਬਰੂ ਰੋਸ਼ਨੀ ਆਈ ਥਿੰਕ ਯੂ ਮਸਟ ਹੈਵ ਸੀਨ ਇਟ ਹੇਅਰ
ਜੀ ਨੈਟਫਲਿਕਸ ਤੇ ਮੇਰਾ ਖਿਆਲ ਹੈ ਇਹ ਤੁਹਾਡੀ ਡਾਕੂਮੈਂਟਰੀ ਹੈ। हाँ डॉक्यूमेंट्री हैगी रूबरू रोशनी नेटफ्लिक्स। जी 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 पहले it came on the national TV couple of times जी Indian TVs ਦੇ ਵਿੱਚ ਆ ਉਹਦੇ ਚ they have shown the actual footage of my ਤਿਹਾਰ ਜੀ ਤਿਹਾਰ ਜੇਲ੍ਹ ਸੈੱਲ ਮੇਰੇ ਕੋਲ ਕੋਈ ਸੈੱਲ ਰਿਹਾ 17 ਨੰਬਰ। ਇਸੇ ਤਰ੍ਹਾਂ they have shown the footage of the prison ਜਿਹੜੀ ਮੈਂ US ਦੇ ਵਿੱਚ ਕਰੈਕਸ਼ਨਲ ਸੈਂਟਰ ਚ ਰਿਹਾ। ਮੇਰਾ ਉਹਨਾਂ ਨੇ ਕਮਰਾ ਵੀ ਦਿਖਾਇਆ ਜਿੱਥੇ ਮੈਂ I was incarcerated। ਮੇਰਾ ਸੈੱਲ ਜਿਹਨੂੰ ਕਹਿੰਦੇ ਆ ਉਹਦੇ ਚ ਐਕਟਿਵ ਫੁਟੇਜਸ ਹੈਗੀਆਂ ਨੇ। ਮਤਲਬ ਕਿ ਇਹ ਕਹਿ ਸਕਦੇ ਕਿ ਜਦੋਂ ਮੈਂ ਵਾਪਸ ਆਇਆ ਇੰਨਾ ਡਿਫਰੈਂਸ ਸੀਗਾ ਕਿ ਮੈਂ when I came back from US ਮੈਂ ਸਿਰਫ ਆਪਣੀ ਜੀਨ ਤੇ ਟੀ-ਸ਼ਰਟ ਤੇ ਕੁੱਤੋਂ ਦੀ ਬਾਂਹ ਵਾਲੀ ਸ਼ਰਟ ਪਾ ਕੇ ਆਇਆ ਸੀ ਬਿਕੋਜ਼ ਮੇ ਸੀਗਾ 5 ਮਈ 2000 ਜੀ। ਉਦੋਂ US ਦਾ ਠੰਡ ਹੁੰਦੀ ਆ ਥੋੜੀ ਮਤਲਬ ਕਿ ਠੰਡ ਖਤਮ ਹੋ ਰਹੀ ਹੁੰਦੀ ਆ ਤੇ ਇੰਡੀਆ ਦੇ ਵਿੱਚ ਕਿ ਐਕਸਟ੍ਰੀਮ ਹੌਟ ਵੈਦਰ ਹੁੰਦਾ ਹੈ। ਇੱਕ ਮੈਂ ਜਦੋਂ ਆਇਆ ਤਿਹਾਰ ਜੇਲ੍ਹ ਦੇ ਵਿੱਚ ਨਾ ਤਾਂ ਪਹਿਲੇ ਇੱਥੇ ਪੱਖਾ ਸੀਗਾ ਜਿਹੜਾ ਸਿਕਿਉਰਿਟੀ ਸੈੱਲ ਚ ਮੈਨੂੰ ਰੱਖਿਆ ਗਿਆ ਸੀਗਾ ਜਿੱਥੇ ਮੈਕਸਿਮਮ ਸਿਕਿਉਰਿਟੀ ਹੈ ਜੀ। ਮੈਂ ਜਦੋਂ ਉੱਥੇ ਰਾਤ ਨੂੰ ਆਇਆ ਨਾ ਮੈਨੂੰ ਕੋਲੇ ਕੋਈ ਪਾਣੀ ਸੀਗਾ ਨਾ ਮੇਰੇ ਕੋਲ ਕੋਈ ਬੈਡਿੰਗ ਸੀ। ਇਸ ਤਰ੍ਹਾਂ ਦੀ ਤਾਂ ਇੱਥੇ ਫੈਸਿਲਿਟੀ ਹੈ ਨਹੀਂ ਤੇ ਮੈਂ ਪਾਣੀ ਵੀ ਜਿਹੜਾ ਘੜੇ ਚ ਪਿਆ ਸੀਗਾ ਉਹਨੂੰ ਆਪਣੀ ਟੀ-ਸ਼ਰਟ ਪਾੜ ਕੇ ਉਹਦੀਆਂ ਲੇਅਰਸ ਬਣਾ ਕੇ ਉਹ ਪਾਣੀ ਉਹਦੇ ਚੋਂ ਵਿੱਚ ਦੀ ਪਾਉਣ ਕੇ ਇੱਕ ਗਲਾਸ ਸੀਗਾ ਪਤਾ ਨਹੀਂ ਸਟੀਲ ਦਾ ਸੀ ਕਿ ਹੈ ਹੀ ਨਹੀਂ ਸੀਗਾ ਕਿ ਘੜੇ ਵਾਲਾ ਹੀ ਯੂਜ਼ ਕੀਤਾ ਹੈਗਾ ਮਟਕਾ ਜਿਹੜਾ ਉਤਲਾ ਢੱਕਣ ਹੁੰਦਾ ਜੀ ਉਹਦੇ ਚ ਪੀਤਾ ਤੇ ਜਿਹੜੀ ਮੇਰੀ ਟੀ-ਸ਼ਰਟ ਸੀਗੀ ਉਸ ਤੋਂ ਬਾਅਦ ਬਿਲਕੁਲ ਰਸਟ ਬਰਾਊਨ ਨਹੀਂ ਹੁੰਦਾ ਰਸਟ ਲੱਗੀ ਹੁੰਦੀ ਹੈ। ਹਾਂਜੀ ਹਾਂਜੀ ਉਸ ਤਰ੍ਹਾਂ ਦਾ ਮੈਂ ਪਾਣੀ ਪੀਤਾ। ਜਦੋਂ ਸਵੇਰ ਹੋਈ ਆ ਉਦੋਂ ਮੈਂ ਪਹਿਲੀ ਚਾਹ ਪੀਤੀ। ਗਰਮੀ ਤਾਂ ਐਕਸਟ੍ਰੀਮਲੀ ਹੌਟ ਵੈਦਰ ਸੀਗਾ ਮਤਲਬ ਇੱਥੇ ਆ ਕਿ ਡਰੈਸ ਵੀ ਚੇਂਜ ਹੁੰਦੀ ਜਦੋਂ ਤੁਸੀਂ ਪ੍ਰਿਜ਼ਨ ਚ ਆਉਣੇ ਇੰਡੀਅਨ ਪ੍ਰਿਜ਼ਨ ਚ USA ਤੁਹਾਡੇ ਤੋਂ ਸਾਰੇ ਕੱਪੜੇ ਲੈ ਲੈਂਦੇ ਆ। they give you the jumpsuit and that becomes your uniform ਜੀ। ਉੱਥੇ ਵੀ ਜਦੋਂ ਪ੍ਰੋਬਲਮ ਹੋਈ ਸੀ ਪਹਿਲੀ ਵਾਰ ਤੇ ਮੈਂ ਕਿਉਂਕਿ ਮੇਰੇ ਵਾਲ ਕੱਟੇ ਹੋਏ ਸੀ ਮੈਂ ਕਲੀਨ ਸ਼ੇਵਨ ਸੀਗਾ ਤੇ ਜਦੋਂ within 2 or 3 days ਨੈਸ਼ਨਲ ਇੰਟਰਨੈਸ਼ਨਲ ਪ੍ਰੈਸ ਮੈਨੂੰ ਮਿਲਣ ਆਈ ਹੈ ਜੀ ਤਾਂ ਮੇਰੇ ਕੋਲੇ ਪੱਗ ਹੈ ਨਹੀਂ ਸੀ ਜੀ ਤੇ ਮੈਂ ਰਿਫਿਊਜ਼ ਕਰਤਾ ਵੀ ਕੁੱਟ ਲਓ ਮਾਰ ਲਓ ਪੱਗ ਤੋਂ ਬਗੈਰ ਮੈਂ ਪ੍ਰੈਸ ਅੱਗੇ ਨਹੀਂ ਜਾਣਾ। ਫਿਰ ਦੇ ਹੈਵ ਟੂ ਮੈਂਡ ਦੇ ਰੂਲਸ ਉੱਥੇ ਅਲਾਉਡ ਨਹੀਂ ਹੈਗਾ। ਮੇਰਾ ਖਿਆਲ ਮੈਂ ਪਹਿਲਾਂ ਹੀ ਸਿੱਖ ਹੋਊਗਾ ਜਿਹਨੂੰ ਫਿਰ ਅਲਾਉ ਕੀਤਾ। ਸਨ ਪੱਗ ਅਸੀਂ ਬਾਹਰੋਂ ਮੰਗਾਈ ਗਈ ਪੱਗ ਬੰਨੀ ਦੈਨ ਵੀ ਆਈ ਪੇਅਰਡ ਬਿਫੋਰ ਦਾ ਪ੍ਰੈਸ ਤੇ ਮੈਨੂੰ ਪੱਗ ਫਿਰ ਅਲਾਉਡ ਰਹੀ ਹੈ ਜੀ। ਇਸੇ ਤਰ੍ਹਾਂ ਮਤਲਬ ਕਿ ਤਿਹਾਰ ਦੇ ਵਿੱਚ ਡਿਫਰੈਂਟ ਕੰਡੀਸ਼ਨ ਸੀਗੀਆਂ। ਉੱਥੇ ਤੁਹਾਡੇ ਕੋਲੇ ਪੱਗ ਹੋਣੀ US ਦੇ ਵਿੱਚ ਜੇਲ੍ਹ ਦੇ ਵਿੱਚ ਬਹੁਤ ਵੱਡੀ ਗੱਲ ਹੈ ਜੀ ਜੀ ਬਿਲਕੁਲ। ਨਹੀਂ ਤਾਂ ਟੋਪੀਆਂ ਜਾਂ ਪਿਆ ਦਿੰਦੇ ਆ ਹੋਰ ਹੀ ਕੁਝ ਬਣਾ ਦਿੰਦੇ ਉਹ ਵੀ ਜੇ ਤੁਸੀਂ ਕਹੋਗੇ। ਅੱਛਾ ਮੈਨੂੰ ਇਹ ਦੱਸੋ ਗਿਲ ਸਾਹਿਬ ਅਵੰਤਿਕਾ ਮਾਕਨ ਉਹ ਜੇਲ੍ਹ ਦੇ ਵਿੱਚ ਤੁਹਾਨੂੰ ਮਿਲਣ ਆਈ ਸੀ? ਅਵੰਤਿਕਾ ਦਾ ਜਦੋਂ ਮੈਂ ਕਨਵਿਕਟ ਹੋ ਗਿਆ ਜੀ ਉਸ ਤੋਂ ਬਾਅਦ ਮੈਨੂੰ ਮੈਸੇਜ ਜ਼ਰੂਰ ਸੁਪਰਡ ਲੈ ਕੇ ਆਏ ਨੇ ਜੇਲ੍ਹ ਦੇ ਜੀ ਤੇ ਤੁਹਾਨੂੰ ਅਵੰਤਿਕਾ ਮਾਕਨ ਮਿਲਣਾ ਚਾਹੁੰਦੀ ਹੈ ਜੀ। ਉਸ ਤੋਂ ਪਹਿਲੇ ਜੇ ਟ੍ਰਾਇਲ ਦੌਰਾਨ ਗੱਲ ਕਰੀਏ ਤਾਂ ਟ੍ਰਾਇਲ ਦੇ ਵਿੱਚ ਇਹਦੇ ਫਾਦਰ ਦੇ ਬ੍ਰਦਰ ਸੀਗੇ ਅਜੇ ਮਾਕਨ ਦਾ ਮਿਨਿਸਟਰ ਵੀ ਰਿਹਾ ਹੈਗਾ ਜੀ ਜੀ ਬਿਲਕੁਲ। ਉਹ ਕੋਰਟ ਦੇ ਵਿੱਚ ਹੀਅਰਿੰਗ ਤੇ ਉਹ ਗਵਾਹੀ ਦੇਣ ਆਏ ਸੀ ਜੀ ਤੇ ਉਹਨਾਂ ਨੇ ਗਵਾਹੀ ਮੇਰੇ ਹੱਕ ਚ ਦਿੱਤੀ ਸੀ ਜੀ ਤੇ ਇਨਫੈਕਟ ਉਹਨਾਂ ਨੇ ਵੀ ਮੇਰੇ ਨਾਲ ਮਤਲਬ ਕਿ ਮੇਰੇ ਮੋਢੇ ਤੇ ਹੱਥ ਰੱਖ ਕੇ ਕਿਹਾ ਵੀ ਆਪਾਂ ਪੰਜਾਬੀ ਆ ਆਪਣਾ ਕੀ ਰੌਲਾ। ਮੈਂ ਕਿਹਾ ਮੇਰਾ ਕੀ ਰੌਲਾ ਮੇਰਾ ਕੋਈ ਰੌਲਾ ਨਹੀਂ। ਉਸ ਮਤਲਬ ਕਿ ਉਹ ਗੱਲ ਸੀ। ਉਸ ਤੋਂ ਬਾਅਦ ਜਿਹੜੇ ਜੱਜ ਮੇਰੀ ਹੀਅਰਿੰਗ ਕਰ ਰਿਹਾ ਸੀ ਦਿੱਲੀ ਦੇ ਵਿੱਚ ਮਿਸਟਰ ਮਹਿਤਾ ਸੀਗੇ ਉਹ ਬਾਈ ਚਾਂਸ ਸਾਡੀ ਜੇਲ੍ਹ ਦਾ ਟੂਰ ਕਰਨ ਆਏ ਸੀ ਜੀ। ਵੈਸੇ ਹੁੰਦੇ ਦੁਪਹਿਰ ਦਾ ਟਾਈਮ ਸੀ ਜਦੋਂ ਸਾਰੇ ਸੈਲਸ ਲੌਕ ਹੁੰਦੇ ਹੈਗੇ। ਮੈਂ ਵੈਸੇ ਹੀ ਆਪਣੇ ਜਿਹੜਾ ਸੈਲ ਸੀ ਮੇਰਾ ਉੱਥੇ ਮੈਂ ਸਟ੍ਰੋਲ ਕਰ ਸਕਦਾ ਸੀ ਵਧੀਆ ਜੀ। ਮੈਂ ਸਟ੍ਰੋਲ ਕਰ ਰਿਹਾ ਸੀ ਮੇਰੀ ਪੱਗ ਵਗੈਰਾ ਲਾਈ ਹੋਈ ਸੀ ਮੈਂ ਤਾਂ ਨੀਕਰ ਟੀ-ਸ਼ਰਟ ਸੀਗਾ ਹੈ ਜੀ। ਉਹ ਉਹਨਾਂ ਨੇ ਦੇਖਿਆ ਵੀ ਇਹ ਬੰਦਾ ਜਾਗਦਾ ਬਾਕੀ ਤਾਂ ਸੌਂ ਸੂ ਰਹੇ ਸੀ। ਉਹ ਮੇਰੇ ਕੋਲੇ ਆ ਗਏ ਨਾਲ ਉਹਨਾਂ ਦੇ ਡਿਪਟੀ ਸੁਪਰਡੈਂਟ ਸੀ ਜੇਲ੍ਹ ਦਾ ਜੀ। ਮਿਸਟਰ ਮਹਿਤਾ ਨੇ
ਮੈਨੂੰ ਦੇਖ ਕੇ ਵੈਸੇ ਪੁੱਛਿਆ ਵੀ ਕੋਈ ਪ੍ਰੋਬਲਮ ਜਾਂ ਕਿਵੇਂ ਆ, ਨਹੀਂ ਜੀ ਮੈਂ ਕਿਹਾ ਵੀ ਸਰ ਤੁਸੀਂ ਮੈਨੂੰ ਰੈਕੋਗਨਾਈਜ਼ ਨਹੀਂ ਕੀਤਾ ਕਿਉਂਕਿ ਮੇਰੀ ਡੇ ਟੂ ਡੇ ਹੀ ਚੱਲ ਰਹੀ ਸੀ ਜੀ ਉਹਨੇ ਕਿਹਾ ਵੀ ਨਹੀਂ ਮੈਂ ਨਹੀਂ, ਉਹਦਾ ਅਸਿਸਟੈਂਟ ਵੀ ਨਾਲ ਸੀਗਾ। ਮੈਂ ਕਿਹਾ ਮੈਂ ਰਣਜੀਤ ਸਿੰਘ ਗਿੱਲ ਜੀ ਉਹ ਇੱਕਦਮ ਇੱਕ ਸਟੈਪ ਬੈਕ ਕਰ ਗਿਆ, ਉਹਨੇ ਮੈਨੂੰ ਕੁਝ ਕਿਹਾ ਨਹੀਂਗਾ। ਮੈਨੂੰ ਪੁੱਛਿਆ ਵੀ ਕੋਈ ਲੋੜ ਆ ਤਾਂ ਦੱਸ, ਵੀ ਮੈਂ ਕਿਹਾ ਮੈਨੂੰ ਕੋਈ ਲੋੜ ਨਹੀਂ, ਦੇ ਆ ਜਿਹੜੀ ਜੇਲ੍ਹ ਵਾਲੇ ਆ ਮੇਰਾ ਟੇਕ ਕੇਅਰ ਕਰ ਰਹੇ ਵਧੀਆ ਜੀ। ਅਗਲੇ ਦਿਨ ਹੀਅਰਿੰਗ ਸੀ, ਮੈਂ ਜੱਜ ਸਾਹਿਬ ਨੂੰ ਵੈਸੀ ਗੱਲ ਕਰਨ ਲੱਗਾ, ਮੈਂ ਕਿਹਾ ਵੀ ਸਰ ਯੂ ਡਿਡਨਟ ਰੈਕੋਗਨਾਈਜ਼ ਮੀ ਇਨ ਦਾ ਪ੍ਰੈਜ਼ੈਂਟ। ਉਹਨੇ ਮੇਰੇ ਨਾਲ ਨਹੀਂ ਗੱਲ ਕੀਤੀ, ਉਹਨੇ ਪ੍ਰੋਸੀਕਿਊਟਰ ਸੀਗਾ ਸਰਦਾਰ, ਕਾਫੀ ਗੰਦਾ ਬੰਦਾ ਸੀਗਾ ਜੀ, ਉਹਦੇ ਨਾਲ ਗੱਲ ਕਰਨ ਲੱਗ ਗਿਆ ਵੀ ਦੇਖ ਮੈਂ ਆਪਣੇ ਕੋਲ ਰੋਜ਼ ਆਉਂਦਾ ਇਹ, ਮੈਂ ਕੱਲ ਇਹਦੀ ਪ੍ਰਿਜ਼ਨ ਗਿਆ ਸੀਗਾ ਜੀ, ਇਹਨੇ ਪੱਗ ਨਹੀਂ ਸੀ ਬੰਨੀ ਹੋਈ, ਜੀ, ਮੈਂ ਇਹਨੂੰ ਪਛਾਣ ਨਹੀਂ ਸਕਿਆ ਜੀ, ਤੇ ਇੰਨੇ ਸਾਲਾਂ ਬਾਅਦ ਚ ਕਿਵੇਂ ਆ ਉਹ ਸ਼ਕਲ ਹੀ ਡਿਫਰੈਂਟ ਸੀ, ਜਿਨ੍ਹਾਂ ਨੂੰ ਉਹ ਕਿਲਿੰਗ ਵੇਲੇ ਦੱਸਦੇ ਆ ਉਹਨੂੰ ਕੌਣ ਪਛਾਣ ਸਕਦਾ। ਜੀ, ਮਤਲਬ ਕਿ ਇਸ ਤਰ੍ਹਾਂ ਦਾ ਤਾਂ ਵੀ ਦੇ ਕਨਵਿਕਟਡ ਜੀ। ਉਦੋਂ ਜੇਲ੍ਹ ਵਿੱਚ ਮੈਨੂੰ ਅਵੰਤਿਕਾ ਦਾ ਸੁਨੇਹਾ ਆਇਆ, ਉਹ ਕਹਿੰਦੇ ਵੈਸੇ ਮੈਨੂੰ ਸੁਪਰਡੈਂਟ ਨੇ ਵਾਰਨ ਕੀਤਾ, ਕੌਸ਼ਨ ਕੀਤਾ ਇਨਫੈਕਟ, ਉਹ ਗੁੱਸੇ ਵਾਲੇ ਸੁਭਾਅ ਦੀ ਹੈ। ਮੈਂ ਕਹੀ ਕੋਈ ਗੱਲ ਨਹੀਂ, ਮੈਂ ਤਾਂ ਮੈਨੂੰ ਮਿਲਣ ਚ ਕੋਈ ਪ੍ਰੋਬਲਮ ਨਹੀਂ ਆਇਆ, ਨੋ ਹਿਚਕਿਚਾਹਟ ਕੋਈ ਕਿਸੇ ਤਰ੍ਹਾਂ ਦੀ ਹੈਜ਼ੀਟੇਸ਼ਨ ਆ ਜੀ। ਪਰ ਮੈਂ ਕਿਹਾ ਵੀ ਜੇ ਉਹ ਕੁਛ ਮੇਰੀ ਡਿਸਰਿਸਪੈਕਟ ਦੇ ਵਿੱਚ ਕੁਛ ਕਿਹਾ ਤਾਂ ਆਈ ਡੂ ਦਾ ਸੇਮ ਜੀ। ਉਹ ਇਸ ਡਰ ਚ ਮੈਨੂੰ ਮਿਲੇ। ਜਦੋਂ ਮੈਂ ਆਪਣੀ ਇੰਟਰਮ ਬੇਲ ਤੇ ਪਹਿਲੀ ਵਾਰੀ ਬਾਹਰ ਆਇਆ 2004 ਦੇ ਵਿੱਚ ਜੀ, ਉਦੋਂ ਇਹ ਜੋ ਵੀ ਮੈਂ ਵਟ ਐਵਰ ਆਮ ਸੇਇੰਗ ਇਹ ਰਿਕਾਰਡਡ ਹਿਸਟਰੀ ਆ, ਨਥਿੰਗ ਕੋਈ ਇਸ ਤਰ੍ਹਾਂ ਦਾ ਕੋਈ ਯੂ ਕੈਨ ਰੀਚੈਕ ਦਾ ਫੈਕਟਸ ਜੀ। ਉਹ ਇੱਥੇ ਲੁਧਿਆਣੇ ਬਾਈ ਚਾਂਸ ਆਈ, ਉਦੋਂ ਤੱਕ ਮੈਨੂੰ ਕਈ ਰਿਪੋਰਟਰਸ ਅਕਸਰ ਮਿਲਦੇ ਰਹਿੰਦੇ ਸੀ। ਜਦੋਂ ਮੈਂ ਬਾਹਰ ਵੀ ਆਇਆ ਮੇਰੀਆਂ ਸੈਵਰਲ ਇੰਟਰਵਿਊਜ਼ ਆਈਆਂ ਸੀ, ਸਾਰੇ ਰਿਪੋਰਟਰਸ they were very highly impressed ਤੇ ਸਾਰੇ ਮੈਨੂੰ ਬਾਰ-ਬਾਰ ਵੀ ਮਿਲਦੇ ਰਹੇ ਆ, ਕਹਿੰਦੇ ਵੀ ਰਹੇ ਆ ਸਾਡਾ ਮਾਈਂਡ ਸੈਟ ਵਾਸ ਡਿਫਰੈਂਟ ਪਰ ਆਫਟਰ ਮੀਟਿੰਗ ਯੂ ਵੀ ਹੈਵ ਅ ਚੇਂਜ ਆਫ ਮਾਈਂਡ। ਜੀ ਉਦੋਂ ਅਵੰਤਿਕਾ ਇਲੈਕਸ਼ਨ ਚ ਆਈ ਹੈ, ਮਨੀਸ਼ ਤਿਵਾੜੀ ਜਿਹੜਾ ਐਮਪੀ ਦੀ ਖੜਾ ਕਾਂਗਰਸ ਵੱਲੋਂ, ਸ਼ੀ ਵਾਸ ਅ ਸਟੂਡੈਂਟ ਲੀਡਰ ਤੇ ਉਦੋਂ ਸੀਗੀ ਵੀ ਸਿੰਗਲ ਜੀ। ਇਹ ਆਈ ਆ ਤੇ ਇਹਨੇ ਉੱਥੇ ਪ੍ਰੈਸ ਕਾਨਫਰੰਸ ਹੋਈ ਹੈ, ਡੂਰਿੰਗ ਪ੍ਰੈਸ ਕਾਨਫਰੰਸ ਇੰਡੀਅਨ ਐਕਸਪ੍ਰੈਸ ਦੀ ਰਿਪੋਰਟਰ ਸੀਗੀ ਅਮਰਤਾ ਚੌਧਰੀ, ਨਾਓ ਸ਼ੀ ਇਜ਼ ਨੋ ਮੋਰ ਜੀ। ਉਹਨੇ ਕੁਐਸਚਨ ਕੀਤਾ ਅਵੰਤਿਕਾ ਨੂੰ ਕਿ ਤੇਰੇ ਜਿਹੜੇ ਫਾਦਰ ਦਾ ਕਨਵਿਕਟਡ ਹੈਗਾ ਬੰਦਾ, ਹੀ ਇਜ਼ ਲਿਵਿੰਗ ਇਨ ਲੁਧਿਆਣਾ, ਉਹਨੇ ਅਚੰਭਾ ਜਿਹਾ ਦਿਖਾਇਆ, ਸ਼ੀ ਡਿਡਨਟ ਨਿਊ ਇਟ। ਉਹਨੇ ਸੈਕੰਡ ਪੁੱਛਿਆ ਵੀ ਵੁੱਡ ਯੂ ਲਾਈਕ ਟੂ ਮੀਟ ਹਿਮ, ਉਹਨੇ ਬਦਲ ਕੇ ਸ਼ੀ ਸਟਾਰਟਡ ਅਬਿਊਜ਼ਿੰਗ ਤੇ ਬੜਾ ਸਲਾਰਜੀ ਉਹਨੇ ਪਾਸ ਕੀਤੇ, ਇਸ ਤਰ੍ਹਾਂ ਦੇ ਕਮੈਂਟਸ ਹਨ। ਉੱਥੇ ਫਿਰ ਅਮਰਤਾ ਨੇ ਉਹਨੂੰ ਕਿਹਾ, ਹੋਰ ਵੀ ਰਿਪੋਰਟਰਸ ਨੇ, ਕਿ ਤੁਸੀਂ ਯੂ ਹੈਵ ਨਾਟ ਮੈਟ ਹਿਮ ਜੀ, ਜੇ ਤੂੰ ਮਿਲੇਗੀ ਤੇਰਾ ਮਾਈਂਡ ਡਿਫਰੈਂਟ ਹੋਊਗਾ, ਵੀ ਅਸੀਂ ਕਹਿ ਸਕਦੇ ਹਾਂ ਸਾਡਾ ਵੀ ਚੇਂਜ ਹੋਇਆ ਜੀ। ਉਹ ਕਹਿੰਦੀ ਠੀਕ ਆ, ਉਹ ਕਹਿੰਦੇ ਤੁਸੀਂ ਮਿਲਣਾ, ਦੈਟਸ ਆਵਰ ਮੀਟਿੰਗ ਗਾਟ ਅਰੇਂਜ। ਉਸੇ ਦਿਨ ਹੀ ਮੈਂ 3 ਵਜੇ ਉਹਨੂੰ ਉਹਦੇ ਜਿਹੜਾ ਹੋਟਲ ਸੀ ਉਹਦੇ ਰਿਸ਼ਤੇਦਾਰਾਂ ਦਾ ਮੈਂ ਉੱਥੇ ਮਿਲਿਆ ਜੀ। ਉਹਦੇ ਸਿਕਿਉਰਿਟੀ ਕਾਫੀ ਸੀ, ਮੈਂ ਤਾਂ ਆਪ ਸੀਗਾ। ਸਾਡੀ ਵੀ ਹੈਡ ਅ ਕਨਵਰਸੇਸ਼ਨ ਨਾਟ ਵੈਰੀ ਲੌਂਗ, ਪਹਿਲੇ ਜਦੋਂ ਮਿਲੇ ਆ ਸ਼ੇਕ ਹੈਂਡ ਹੋਏ ਆ, ਮਤਲਬ ਕਿ ਸ਼ੀ ਵਾਸ ਸਟੇਟ ਫਾਰਵਰਡ ਟੂ, देयर वाज ਐਂਗਰ ਔਨ ਹਰ ਫੇਸ, ਯੂ ਕੈਨ ਜੱਜ ਫਰਮ ਦਾ ਪਹਿਲੀ ਫੇਸ਼ੀਅਲ ਮੀਟਿੰਗ ਤੋਂ। ਬੈਠੇ ਆ, ਆਈ ਸਟਾਰਟਡ ਕਿ देयर इज ਨਥਿੰਗ ਪਰਸਨਲ ਐਨਿਮਿਟੀ ਜੀ, ਇਹ ਪੋਲੀਟੀਕਲ ਇਵੈਂਟਸ ਦੀ ਫਾਲ ਆਊਟ ਆ। ਉਹ ਕਹਿੰਦੀ ਆ ਵੀ ਤੂੰ ਵਿਕਟਮ ਆ, ਵਿਕਟਮ ਅਸੀਂ ਨਹੀਂ ਜੀ, ਬਟ ਆਈ ਡਿਡਨਟ ਕ੍ਰੀਏਟ ਦ ਟਰਬਲ ਜੀ। ਟਰਬਲ ਸਟਾਰਟਡ ਵਿਦ ਦ ਗਵਰਨਮੈਂਟ ਤੇ ਹੋਰ ਮਤਲਬ ਕਿ ਪਰਸਨੈਲਿਟੀਜ਼ ਇਨਵੋਲਵਡ ਹੋਣਗੀਆਂ, ਪਰ ਆਈ ਵਾਸ ਨਾਟ ਪਾਰਟ ਆਫ ਇਟ। ਸਾਡੇ ਕੋਲੇ ਤਾਂ ਟਰਬਲ ਜਿਵੇਂ ਕਹਿੰਦੇ ਵੀ ਅੱਗ ਸਾਡੇ ਕੋਲ ਤਾਂ ਲੱਗੀ ਆਈ ਹੈ ਜੀ, ਚਾਹੇ ਅਸੀਂ ਝੱਲ ਲੈਂਦੇ ਚਾਹੇ ਵਿੱਚੇ ਝੁਲਸ ਜਾਂਦੇ, ਮਤਲਬ ਕਿ ਚਾਹੇ ਤਾਂ ਸਭ ਦੀ ਹੋ ਕੇ ਨੀਵੀਂ ਪਾ ਕੇ ਜ਼ਿੰਦਗੀ ਕੱਟ ਲੈਂਦੀ। ਮੈਂ ਸਟ੍ਰੇਟ ਵੇ ਉਹਨਾਂ ਗੱਲ ਕੀਤੀ, ਵਿਦਨ ਮਿੰਟਸ ਸ਼ੀ ਕਾਲਡ ਦਾ ਸੇਮ ਰਿਪੋਰਟਰ ਅਮਰਤਾ ਚੌਧਰੀ, ਉਹਨੇ ਕਿਹਾ ਵੀ ਮੈਂ ਮਤਲਬ ਕਿ ਮੇਰਾ ਮਾਈਂਡ ਥੋੜਾ ਚੇਂਜ ਹੋ ਰਿਹਾ। ਫਿਰ ਵੀ ਸੈਟ ਫॉर ਅਨਦਰ 2 ਆਵਰਸ, ਕਾਫੀ ਗੱਲਾਂ ਹੋਈਆਂ ਜਿਹੜੀਆਂ ਮਤਲਬ ਕਿ ਉਹਨੇ ਆਪਣੇ ਬਾਰੇ ਦੱਸਿਆ, ਮੈਂ
ਮੇਰੇ ਬਾਰੇ ਉਹਨੂੰ ਕਾਫੀ ਪਤਾ ਨਹੀਂ ਸੀ, ਮੈਂ ਦੱਸਿਆ ਵੀ ਕੀ ਹੈਗਾ। ਜਦੋਂ ਇਹ ਗੱਲਾਂ ਹੋਈਆਂ ਈਵੈਂਟਸ ਤਾਂ ਉਹਨੇ she asked me about her mother, so ਮੈਂ explain ਕੀਤਾ ਕਿ we had no intention to kill your mother, but somehow ਜਿਸ ਤਰ੍ਹਾਂ ਦੇ circumstances develop ਹੋਏ ਜੀ she has to be killed, and that for that I'm always regretful। ਇਸ ਲਈ ਮੈਂ ਆਪਣੀਆਂ regrets ਵੀ show ਕੀਤੀਆਂ ਨੇ। ਸੈਕੰਡ ਜਿਹੜਾ ਮੇਨ ਪੁਆਇੰਟ ਸੀਗਾ, there was no sorry involved in my conversation, nor do I ask for forgiveness from her। ਇਹ ਪਹਿਲੇ ਉਹਨੇ ਵੀ ਇਸ ਚੀਜ਼ ਦਾ ਮਤਲਬ ਕਿ ਕਲੈਰਿਟੀ ਦਿੱਤੀ ਸੀ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਜਦੋਂ ਵੀ ਗਈ ਆ। ਜੀ ਉਸ ਤੋਂ ਬਾਅਦ ਆਫਟਰ ਦੈਟ ਮੀਟਿੰਗ ਮੇਰੀ ਨੈਸ਼ਨਲ ਪ੍ਰੈਸ ਦੇ ਵਿੱਚ ਫਰੰਟ ਪੇਜ ਤੇ ਸਟੋਰੀ ਸੀ, ਸਾਡੀ ਫੋਟੋ ਸੀ, ਸਾਡੀ ਮੀਟਿੰਗ ਦੀ ਸਾਰੀ ਖਬਰ ਸੀ ਵੀ ਕੀ ਹੋਇਆ ਹੈਗਾ, ਵੀ ਐ ਕਨਵੈਸਟ ਕੀਤੀ ਆ ਬੰਦੇ ਨੇ, ਉਹਨਾਂ ਨੇ ਤਾਂ ਮੈਨੂੰ ਕਿਲਰ ਹੀ ਲਿਖਣਾ ਸੀ। ਜੀ ਬਿਲਕੁਲ। ਉਸ ਤੋਂ ਬਾਅਦ she met the Delhi chief minister directly, ਉਹਦੀ ਕਾਫੀ ਰੈਪਰ ਸੀ। ਉਹ ਪਹਿਲੇ ਮੇਰੀ ਅਪੋਜ਼ ਕਰ ਰਹੀ ਸੀ ਕਿਉਂਕਿ ਜਦੋਂ ਮੈਨੂੰ ਸੈਂਟੈਂਸਿੰਗ ਹੋਈ ਆ I was eligible that my ਕੇਸ ਜਿਹੜਾ ਸੀਗਾ ਉਹ parole board ਅੱਗੇ ਲੱਗਣਾ ਸੀ, ਜਿੱਥੋਂ ਤੁਹਾਡੀ ਅਰਲੀ ਰਿਲੀਜ਼ ਹੁੰਦੀ ਆ, ਕਮਿਊਟ ਹੁੰਦੀ ਹੈ ਜੀ। ਪਰ ਮੇਰਾ ਰਿਫਿਊਜ਼ ਨਹੀਂ ਸੀ ਹੁੰਦਾ, ਉਹ ਡੈਫਰ ਕਰ ਦਿੰਦੇ ਆ, ਉਹ ਡੈਫਰ ਹੋ ਰਿਹਾ ਸੀ। she was one of the reasons ਕਿ ਇਹਨੇ ਚੀਫ ਮਿਨਿਸਟਰ ਨੂੰ ਥ੍ਰੈਟ ਕੀਤਾ ਸੀ, ਜੇ ਤੁਸੀਂ ਮੈਨੂੰ ਛੱਡਿਆ ਤਾਂ ਮੈਂ ਮਰਨ ਵਰਤ ਤੇ ਤੁਹਾਡੇ ਘਰ ਅੱਗੇ ਬੈਠ ਜਾਵਾਂ ਜੀ, ਕਿਉਂਕਿ ਇਹਨਾਂ ਦੇ ਪਰਿਵਾਰ ਬਹੁਤ ਨਾਮੀ ਪਰਿਵਾਰ ਆ। she was the granddaughter of president of India, she is the granddaughter of president ਤਾਂ ਗੁਜ਼ਰ ਚੁੱਕਿਆ ਜੀ। ਉਹਦੇ ਕਰਕੇ ਜਦੋਂ ਮੈਨੂੰ ਮਿਲ ਕੇ ਫਿਰ ਸ਼ੀਲਾ ਦੀਕਸ਼ਿਤ ਨੂੰ ਮਿਲੀ ਆ, ਸ਼ੀਲਾ ਦੀਕਸ਼ਿਤ ਨੂੰ ਇਹਨੇ ਮੇਰੀ ਸਪੋਰਟ 'ਚ ਗੱਲ ਕੀਤੀ। ਦੈਨ ਸ਼ੀ ਵੈਂਟ ਟੂ ਪ੍ਰੈਸ, ਉਹ ਪ੍ਰੈਸ ਦੇ ਵਿੱਚ ਫੁੱਲ ਕਵਰੇਜ ਆਈ ਆ, ਮਤਲਬ ਕਿ ਪ੍ਰੋਮੀਨੈਂਟ ਪੇਜਿਸ ਤੇ ਆਈ ਆ। ਉਸ ਤੋਂ ਬਾਅਦ ਸ਼ੀਲਾ ਦੀਕਸ਼ਿਤ ਨੇ ਮੈਨੂੰ ਆਪਣੇ ਘਰੇ ਬੁਲਾਇਆ ਫॉर ਟੀ, ਮੈਂ ਆਪਣੀ ਵਾਈਫ ਨਾਲ ਅਸੀਂ ਗਏ ਆ ਜੀ। ਸ਼ੀ ਐਕਚੁਅਲੀ ਮੈਨੂੰ ਉਹਨੇ ਬੜਾ ਅਕਨੋਲੇਜ ਕੀਤਾ ਐਂਡ ਸ਼ੀ ਹੈਡ ਸੈਡ ਕਿ ਯੂ ਹੈਵ ਡਨ ਵਟ ਆਈ ਕੈਨਟ ਅਚੀਵ ਜੀ, you have achieved that thing। ਉਸ ਤੋਂ ਬਾਅਦ ਉਹਨੇ ਮੈਨੂੰ ਪ੍ਰੋਮਿਸ ਕੀਤਾ ਕਿ ਨੈਕਸਟ ਹੀਅਰਿੰਗ ਦੇ ਵਿੱਚ ਮੈਂ ਮਤਲਬ ਕਿ ਪੋਜ਼ਿਟਿਵਲੀ ਤੇਰੀ ਰਿਲੀਜ਼ ਬਾਰੇ ਸੋਚੂਗੀ, ਕਿਉਂਕਿ she is the chairman of that committee ਜੀ। ਪਰ still few years again left because of that, ਕਿਉਂਕਿ ਮੇਰੀ ਜਿਹੜੀ ਇੰਟਰਮ ਬੇਲ ਸੀਗੀ, ਮੇਰੇ ਤੇ ਬੜੇ ਸਟ੍ਰਿਕਟ ਕੰਡੀਸ਼ਨ ਸੀ, ਮੈਨੂੰ ਫੁੱਲ ਬੇਲ ਕਦੀ ਵੀ ਨਹੀਂ ਦਿੱਤੀ। ਉਹਦੇ 'ਚ ਮੈਨੂੰ 2 ਟਾਈਮਸ ਮੈਂ ਪੁਲਿਸ ਸਟੇਸ਼ਨ ਜਾ ਕੇ ਹਾਜ਼ਰੀ ਲਵਾਉਂਦਾ ਸੀਗਾ ਆਮ ਜੋ ਮੁਜਰਮਾਂ ਨੂੰ। ਫਿਰ ਮੇਰੇ ਤੇ ਸਟ੍ਰਿਕਸ਼ਨ ਸੀ ਕਿ ਮੈਂ ਲੁਧਿਆਣਾ ਨਹੀਂ ਛੱਡ ਸਕਦਾ, ਸਿਰਫ ਚੰਡੀਗੜ੍ਹ ਤੇ ਦਿੱਲੀ ਜਾ ਸਕਦਾ ਵਿਦ ਪੁਲਿਸ ਪਰਮਿਸ਼ਨ। ਮੈਨੂੰ ਈਵਨ ਦਰਬਾਰ ਸਾਹਿਬ ਨਹੀਂ ਜਾਣ ਦਿੱਤਾ, ਨਾ ਮੈਨੂੰ ਮੇਰੇ ਪਿੰਡ ਜਾਣ ਦਿੱਤਾ ਜੀ। ਉਹ ਫਿਰ 2009 'ਚ ਐਕਚੁਅਲ ਜਦੋਂ ਮੈਂ ਹਾਈ ਕੋਰਟ 'ਚੋਂ ਵੀ ਕਨਵੈਕਟ ਹੋ ਗਿਆ, ਮੈਨੂੰ ਕਨਵੈਕਸ਼ਨ ਮੇਰੀ ਬਰਕਰਾਰ ਰੱਖੀ, ਉਹ ਮਤਲਬ ਕਿ ਦੈਟਸ ਅ ਡਿਫਰੈਂਟ ਸਟੋਰੀ। ਉਸ ਤੋਂ ਬਾਅਦ ਫਿਰ ਇਹਨਾਂ ਨੇ ਮੀਟਿੰਗ ਕੀਤੀ ਹੈ ਕਿ ਆਈ ਹੈਵ ਟੂ ਅਗੇਨ ਸਰੈਂਡਰ ਟੂ ਦ ਪ੍ਰਿਜ਼ਨ, ਪਰ ਉਦੋਂ ਪ੍ਰੋਮਿਸ ਕੀਤਾ ਸੀ ਸ਼ੀਲਾ ਦੀਕਸ਼ਿਤ ਨੇ ਕਿ ਆਈ ਵੋਂਟ ਟੇਕ ਲੌਂਗ, ਇਟ ਵਿਲ ਬੀ ਡਨ, ਮੈਂ ਪਹਿਲੇ ਤੈਨੂੰ ਛੁੱਟੀ ਦੇ ਦੂੰਗੀ। ਸ਼ੀ ਗੇਵ ਮੀ ਲੀਵ ਕਿ ਮੈਂ ਉਹ ਮੇਰੀ ਇਨਡੈਫੀਨਿਟ ਲੀਵ ਸੀਗੀ। ਇਨ ਮੀਨ ਟਾਈਮ after the national election ਜਿਵੇਂ ਉਹਦਾ ਪ੍ਰੋਮਿਸ ਸੀਗਾ, ਨੈਕਸਟ ਡੇ ਉਹਨੇ ਮੀਟਿੰਗ ਕੀਤੀ। ਮੇਰੇ ਨਾਲ 8 ਹੋਰ ਜਿਹੜੇ ਕਾਮਨ ਕ੍ਰਿਮੀਨਲ ਕਨਵਿਕਟਡ ਸੀਗੇ ਉਹਨਾਂ ਨੂੰ ਵੀ ਛੱਡਿਆ ਤਾਂ ਕਿ ਮੇਰਾ ਕੋਈ ਹਾਈਲਾਈਟ ਨਾ ਹੋਵੇ। ਉਹ ਸਾਰੇ ਮੇਰੇ ਪੈਰੀ ਹੱਥ ਉਹਨਾਂ ਦੇ ਘਰ ਦੇ ਲਾ ਕੇ ਗਏ ਪਹਿਲੇ ਵੀ ਸਾਨੂੰ ਤੂੰ ਬਚਾ ਲੈ ਜੀ। ਮੈਨੂੰ ਉਦੋਂ ਫਿਰ ਮੇਰੀ ਕਮਿਊਟ ਹੋਈ ਸੀ ਸੈਂਟੈਂਸ ਜੀ। ਮੇਰੇ ਨਾਲ ਸੈਵਰਲ ਟਾਈਮਸ ਮੇਰੇ ਪੇਰੈਂਟਸ ਨਾਲ ਜਾਂ ਹੋਰ ਜਿਹੜੇ ਲੋਕੀ ਮੇਰੀ ਸਪੋਰਟ ਕਰਦੇ ਸੀਗੇ, ਈਵਨ ਜਿਹੜਾ ਕਾਂਗਰਸ ਦਾ ਐਮਪੀ ਸੀ ਮਨੀਸ਼ ਤਿਵਾੜੀ ਜੀ, ਪ੍ਰੋਮੀਨੈਂਟ ਜਿਹੜਾ ਰੋਲ ਆ ਪਰਮਜੀਤ ਸਿੰਘ ਸਰਨਾ ਬ੍ਰਦਰਸ ਦਾ ਹੈਗਾ ਜੀ, ਇਸੇ ਤਰ੍ਹਾਂ ਮਨਜੀਤ ਸਿੰਘ ਜੀਕੇ ਨੇ ਦਿੱਲੀ ਦੇ, ਉਹ ਜਿਹੜੇ ਬਾਅਦ ਡੀਜੀਪੀਸੀ ਦੇ ਪ੍ਰੈਜ਼ੀਡੈਂਟ ਵੀ ਰਹੇ ਆ, ਇਹਨਾਂ ਨੇ ਕਾਫੀ ਮੇਰੀ ਇਮਦਾਦ ਕੀਤੀ ਆ, ਆਊਟ ਆਫ ਦੀ ਵੇ ਜਾ ਕੀਤੀ ਆ। ਸ਼ੀਲਾ ਦੀਕਸ਼ਿਤ ਤੇ ਪ੍ਰੈਸ਼ਰ ਪਾਉਂਦੇ ਰਹੇ ਆ, ਮਤਲਬ ਕਿ ਔਨ ਬਿਹਾਫ ਆਫ ਦ ਸਿੱਖ ਕਮਿਊਨਿਟੀ। ਇਸ ਤਰ੍ਹਾਂ ਮੇਰੀ ਕਮਿਊਟ ਹੋਈ ਸੀ ਜੀ। ਤੁਸੀਂ 20 ਸਾਲ ਬਾਅਦ ਘਰ ਜਿਹੜੇ ਪਰਤੇ ਆਪਣੇ ਮਾਂ-ਬਾਪ ਦੇ ਗੋਡਿਆਂ ਨੂੰ ਹੱਥ ਲਾ ਕੇ ਤੁਰ ਗਏ, ਉਹ ਮਾਂ ਜਿਨੇ ਸੋਚਿਆ ਨਹੀਂ ਸੀਗਾ ਕਿ ਮੇਰਾ ਪੁੱਤ ਜਿਹੜਾ ਉਹ ਜਿੰਦਾ ਮੇਰੇ ਸਾਹਮਣੇ ਆ ਕੇ ਖੜਾ ਹੋ ਜਾਏਗਾ। ਉਹ ਕੁਝ ਇੱਕ ਡਰ ਅੰਦਰ ਉਹਨਾਂ ਦੇ ਹੋਏਗਾ ਜਿਹੜਾ ਉਹਨਾਂ ਨੂੰ ਡਰਾਉਂਦਾ ਹੋਏਗਾ। ਜਦੋਂ ਤੁਸੀਂ ਆਪਣੀ ਮਾਂ ਨੂੰ ਜਿਹੜਾ ਉਹ ਮਿਲੇ 20 ਸਾਲ ਬਾਅਦ,
ਉਹਨਾਂ ਦੇ ਹਾਵ ਭਾਵ ਬਿਆਨ ਕਰ ਸਕਦੇ ਹੋ? ਕਿਵੇਂ ਦੇ ਉਹ ਹਾਵ ਭਾਵ ਸੀਗੇ? At that time she was very sick. She was suffering from cancer and she was critically ill. ਜੀ। ਪਰ somehow ਉਦੋਂ ਨੂੰ ਬਾਹਰ ਖੜੇ ਸੀ ਜਦੋਂ ਮੈਂ 4 o'clock in the morning ਘਰੇ ਆਇਆ ਜੀ। ਜੇ ਮੈਂ ਉਸ ਤੋਂ ਪਹਿਲੇ ਥੋੜਾ ਜਿਹਾ ਇੰਸੀਡੈਂਟ ਤੁਹਾਨੂੰ ਦੱਸਾਂ, ਜਦੋਂ ਮੈਨੂੰ ਸਜ਼ਾ ਹੋਈ ਸੀ ਜਿਹੜੀ ਸੈਸ਼ਨ ਕੋਰਟ ਦੇ ਵਿੱਚ ਪਹਿਲੀ ਵਾਰੀ, ਜੀ, ਮੈਂ ਕੋਰਟ 'ਚ ਪ੍ਰੈਜ਼ੈਂਟ ਸੀਗਾ ਜੀ, ਤਾਂ ਜੱਜ ਨੇ ਮੈਨੂੰ ਕੁਐਸਚਨ, ਮੈਨੂੰ ਪਤਾ ਸੀ ਵੀ ਇਹਨੇ ਕਨਵਿਕਟ ਕਰਨਾ ਵਿਦਆਊਟ ਐਨੀ ਐਵੀਡੈਂਸ, ਮੈਨੂੰ ਹੀ ਇਸ ਕੋਲ ਕਨਵਿਕਟ ਜੀ। ਉਹਨੇ ਮੈਨੂੰ ਪੁੱਛਿਆ ਵੀ ਤੂੰ ਕਿਤੇ ਡਰ ਤਾਂ ਨਹੀਂ ਗਿਆ, ਘਬਰਾਹਟ ਕੋਈ? ਮੈਂ ਕਿਹਾ ਵੀ ਮੈਂ spoke in मतलब कि started in English कि मैं जट दा पुੱਤ ਹਾਂ ਜੀ। ਮੈਂ ਸੋਚ ਕੇ ਇੱਧਰ ਕਦਮ ਚੱਕੇ ਨੇ, ਮੈਂ ਨਹੀਂ ਡਰ ਰਿਹਾ, ਮੇਰਾ ਖਿਆਲ ਹੈ ਕਿ you are scared ਜੀ। now you have thought ਕਿ ਮੈਂ guilty ਹਾਂ ਤਾਂ go for the full sentence ਜੀ। ਤੇ ਹੁਣ ਫਾਂਸੀ ਲਾਈ ਮੈਨੂੰ, ਮੈਂ ਤੁਹਾਨੂੰ ਇਹ ਮੇਰੇ ਡਾਕੂਮੈਂਟਡ ਨੇ ਫਰੰਟ ਲਾਈਨ ਦੇ ਵਿੱਚ, ਵੈਸੇ ਇੰਡੀਅਨ ਸਾਰੀ ਪ੍ਰੈਸ ਜਿਹੜੀ ਆ ਉੱਥੇ ਪ੍ਰੈਜ਼ੈਂਟ ਸੀ, ਟੀਵੀ ਸੀਗਾ ਸਾਰਾ ਕੁਝ ਜੀ। ਮੇਰੀ ਉਹਦੇ ਨਾਲ ਡਿਊਲ ਹੋਈ ਆ 10-15 ਮਿੰਟਸ, ਉਹ ਮਤਲਬ ਕਿ ਮੈਂ ਉਹਦੇ ਕੋਲ ਹੀ ਬਸ ਆਈ ਮੇਡ ਹਿਮ ਸਪੀਚਲੈਸ ਜੀ। ਉਸ ਤੋਂ ਬਾਅਦ ਉਹਨੇ ਮੈਨੂੰ ਗਿਲਟੀ ਕਰਤਾ ਹੈਗਾ। ਫਿਰ ਮੈਨੂੰ ਪੁੱਛਿਆ ਵੀ ਤੈਨੂੰ ਕੁਛ ਚਾਹੀਦਾ, ਮੈਂ ਕਿਹਾ ਮੈਂ ਫੋਨ ਕਾਲ ਕਰਨਾ ਜੀ। ਉਹਨੇ ਇੰਸਪੈਕਟਰ ਨੂੰ ਕਿਹਾ ਵੀ ਤੂੰ ਮੇਰੇ ਨਾਲ ਜਿਹੜੇ ਪੁਲਿਸ ਅਫਸਰ ਆਉਂਦੇ ਹੁੰਦੇ ਸੀ ਜੇਲ੍ਹ ਚੋਂ ਕੋਟ ਲੈ ਕੇ ਆਉਣ ਵਾਲੇ, ਉਹ ਕਹਿ ਕੇ ਡਿਊਟੀ ਲਾਉਂਦੇ ਹੁੰਦੇ ਸਰਦਾਰ ਜੀ, ਤੇ ਮੈਨੂੰ ਕਹਿੰਦੇ ਹੁੰਦੇ ਸੀ ਵੀ ਅਸੀਂ 84 ਦੇਖਿਆ, ਅਸੀਂ ਅਨੁਭਵ ਕਰ ਸਕਦੇ ਹਾਂ ਕਿ ਤੂੰ ਸਾਡੇ ਲਈ ਕੀ ਕੀਤਾ ਜੀ। ਇਸ ਤਰ੍ਹਾਂ ਦੀਆਂ ਫੀਲਿੰਗ ਸੀ। ਹੁਣ ਮੈਨੂੰ ਫੋਨ ਦਿੱਤਾ, ਮੈਂ ਫੋਨ ਕੀਤਾ, ਮੈਂ ਕਿਹਾ ਘਰੇ ਫੋਨ ਮਿਲਾ ਜੀ। ਤਾਂ ਮੇਰੀ ਮਦਰ ਨੇ ਫੋਨ ਚੱਕਿਆ ਹੈ ਨਾ, ਮੈਂ ਮਦਰ ਨਾਲ ਹੀ ਗੱਲ ਕਰਨੀ ਸੀ ਜੀ। ਮਦਰ ਨੇ, ਮੈਂ ਪੁੱਛਿਆ, ਮੈਂ ਕਿਹਾ ਵੀ ਬੀਜੀ ਸਜ਼ਾ ਹੋਊ? ਬੀਜੀ ਕਹਿੰਦੇ ਕੋਈ ਨਹੀਂ ਪੁੱਤ, ਮੈਂ ਗੁਰਦੁਆਰੇ ਮੱਥਾ ਟੇਕ ਆਈ ਹਾਂ, ਜੋ ਹੁੰਦਾ ਦੇਖੀ ਜਾਊ ਜੀ। ਆ ਉਹਨਾਂ ਦੀ ਫੀਲਿੰਗ ਸੀਗੀ ਹੈ ਨਾ ਜੀ। ਉਹਨਾਂ ਨੇ ਕਿਸ ਭਾਵਨਾ ਨਾਲ ਕਿਹਾ ਮੈਂ ਉਹ ਤਾਂ ਨਹੀਂ ਮੈਨੂੰ ਪਤਾ ਹੈਗੀ। ਮੈਨੂੰ ਜੱਜ ਪੁੱਛਦਾ ਵੀ ਕੀ ਗੱਲ ਹੋਈ ਜੀ। ਮੈਂ ਕਿਹਾ ਵੀ ਮੇਰੇ ਮਦਰ ਨੇ ਕਿਹਾ ਵੀ ਜੋ ਕਰਨਾ ਕਰ ਲਾ ਜੀ। ਇਸ ਤਰ੍ਹਾਂ ਦੀ ਪ੍ਰਭਾਵ ਸੀ। ਉਹੀ ਜੱਜ ਜਦੋਂ ਮੈਂ ਜੇਲ੍ਹ ਆ ਗਿਆ 3 ਦਿਨਾਂ ਬਾਅਦ ਮੈਨੂੰ ਪ੍ਰਿਜ਼ਨ ਚ ਮਿਲਣ ਆਇਆ ਚੇਚਾ ਜੀ। ਉਹਨੇ ਮੈਨੂੰ ਕਿਹਾ ਵੀ ਮੈਂ ਕੋਈ ਫੈਸਿਲਿਟੀ ਜਾਂ ਕੁਛ ਤੇਰੇ ਲਈ ਕਰ ਸਕਦਾ, ਵਧਾ ਸਕਦਾ ਜਾਂ ਘਟਾ ਸਕਦਾ, ਜੋ ਵੀ ਤੈਨੂੰ ਚਾਹੀਦਾ ਹੈ ਨਾ ਮੈਂ ਆਰਡਰ ਕਰ ਦਿੰਦਾ। ਮੈਂ ਕਿਹਾ ਮੈਨੂੰ ਕੁਛ ਨਹੀਂ ਚਾਹੀਦਾ, ਮੈਂ ਇੰਨੇ ਸਾਲ 16-17 ਸਾਲ ਉਦੋਂ ਕੱਟ ਚੁੱਕਿਆ ਸੀ ਵੀ ਮੈਨੂੰ ਕੀ ਚਾਹੀਦਾ ਹੈਗਾ ਹੈ ਨਾ ਜੀ। ਇਹ 2003 ਦੀ ਗੱਲ ਹੈ ਜੀ। ਉਹ ਕਹਿੰਦਾ ਵੀ ਮੈਨੂੰ ਉਹਨੇ ਇੰਨਾ ਹੀ ਕਿਹਾ ਵੀ ਮੈਂ ਮਜਬੂਰ ਸੀਗਾ। ਮੈਂ ਨਹੀਂ ਪੁੱਛਿਆ ਵੀ ਕਿਉਂ ਮਜਬੂਰ ਸੀ ਜਾਂ ਕੀ ਆ। ਬਾਅਦ ਚੋਂ ਹਾਈ ਕੋਰਟ ਦਾ ਜੱਜ ਵੀ ਬਣਿਆ। ਈਵਨ ਜਿਹੜੀ ਮੇਰੀ ਪ੍ਰੋਸੀਕਿਊਟਰ ਸੀ ਹਾਈ ਕੋਰਟ ਦੇ ਵਿੱਚ ਜੀ ਮਿਸ ਗੁਪਤਾ ਸੀਗੀ, ਜਦੋਂ ਹੀ ਮੇਰੇ ਕੇਸ ਦਾ ਫੈਸਲਾ ਹੋਇਆ she was elevated to the judge of high court, ਹਜੇ ਵੀ ਮੇਰੇ ਨਾਲ ਜੱਜ ਹੋਊਗੀ ਦਿੱਲੀ ਹਾਈ ਕੋਰਟ ਜੀ। ਇਹਨਾਂ ਦਾ ਪੋਲੀਟੀਕਲ ਡਿਸੀਜਨ ਸੀਗਾ ਬਿਕੋਜ਼ ਇਹਦੀਆਂ ਰੈਮੀਫਿਕੇਸ਼ਨ ਸੀ। ਜੇ ਮੈਂ ਗਿਲਟੀ ਨਾ ਹੁੰਦਾ ਆਈ ਹੈਡ ਅ ਆਪਸ਼ਨ ਟੂ ਟੌਟ ਕਲੇਮ ਫਰਮ ਦਾ US ਕਿ ਤੁਸੀਂ ਮੈਨੂੰ ਰੋਂਗਫੁਲੀ ਕਨਫਾਈਨ ਕਰਕੇ ਰੱਖਿਆ ਵਿਦ ਅ ਵੈਰੀ ਫਾਲਸ ਜਿਹੜੀਆਂ ਐਕੁਜੀਸ਼ਨ ਸੀ, ਫਾਲਸ ਰਿਪੋਰਟ ਸੀ ਇੰਡੀਆ ਦੀ, ਉਹਦੀਆਂ ਰੈਮੀਫਿਕੇਸ਼ਨਸ ਹੋਣੀਆਂ ਸੀ ਵੀ ਅੱਗੇ ਤੋਂ ਕਦੀ ਐਕਸਟ੍ਰੈਡੀਸ਼ਨ US ਤੋਂ ਕਿਸੇ ਦੀ ਹੋਊਗੀ। ਦੇ ਕੈਨ ਕੋਰਟ ਮਾਈ ਕੇਸ ਕਿ ਇਹ ਜਿਹੜਾ ਇੰਡੀਅਨ ਗਵਰਨਮੈਂਟ ਪੁੱਟ ਅਪ ਕਰ ਰਹੀ ਹੈ ਮਟੀਰੀਅਲ, ਇਹਦੇ ਤੇ ਯੂ ਕੈਂਟ ਬਲੀਵ ਜੀ। ਤੇ ਮੈਂ ਟੌਟ ਕਲੇਮਸ ਚਾਹੇ ਉੱਤੇ ਜਿੰਨਾ ਵੀ ਸੀਗਾ ਆਪਣੇ ਕਲੇਮ ਫਾਈਲ ਕਰ ਸਕਦਾ ਸੀ। ਆਪਸ਼ਨ ਆ US ਜਿਹੜੀਆਂ ਕੋਰਟਸ ਨੇ, US ਲਾਅ ਦੇ ਵਿੱਚ ਆਪਸ਼ਨ ਬਿਲਕੁਲ। ਜਦੋਂ ਮੈਂ ਘਰੇ ਆਇਆ ਤਾਂ ਐਵਰੀਬਾਡੀ ਵਾਸ ਸਟੈਂਡਿੰਗ ਆਊਟ। ਕੋਈ ਮੇਰਾ ਬਹੁਤਾ ਵੱਡਾ ਪਰਿਵਾਰ ਤਾਂ ਹੈ ਨਹੀਂਗਾ ਜੀ। ਮੇਰਾ ਵੱਡਾ ਬ੍ਰਦਰ ਤਾਂ US ਆ, ਡਾਕਟਰ ਆ ਉਹ ਜੀ, ਮੈਨੀ ਇਅਰਸ ਉੱਥੇ ਆ। ਇੱਥੇ ਮੇਰੀ ਸਿਸਟਰ ਸੀਗੀ, ਮੇਰੇ ਫਾਦਰ ਸੀ, ਮੇਰੇ ਮਦਰ ਸੀਗੇ। ਮੇਰੇ ਫਾਦਰ ਬੜੇ ਐਮੀਨੈਂਟ ਸਾਇੰਟਿਸਟ ਵੀ ਨੇ, ਵਾਈਸ ਚਾਂਸਲਰ ਵੀ ਰਹੇ ਆ PhD ਦੇ ਜੀ। ਬਿਲਕੁਲ ਪਦਮ ਭੂਸ਼ਣ ਨਾਲ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਨਾਓ ਹੀ ਇਜ਼ ਨੋ ਮੋਰ ਜੀ। ਬਾਕੀ ਮੇਰੇ ਕੁਝ ਹੋਰ ਰਿਲੇਟਿਵ ਸੀਗੇ ਪਿੰਡ ਤੋਂ ਆਏ ਹੋਏ,
ਤਾਂ ਮੈਂ 4 ਵਜੇ ਪਹੁੰਚਿਆ, ਆ ਕੇ ਨਹਾਤਾ ਧੋਤਾ, ਚਾਹ ਚੂ ਪੀਤੀ ਆ, ਆਪਣਾ ਨਹਾ ਕੇ ਫਿਰ ਮੈਂ ਪੱਗ ਪੂਗ ਬੰਨ੍ਹ ਕੇ ਦੁਬਾਰਾ ਕੁੜਤਾ ਪਜਾਮਾ ਪਾਇਆ ਹੁੰਦਾ ਸੀ, ਮੇਰੇ ਫੋਟੋਜ਼ ਹੈਗੀਆਂ ਨੇ ਬਹੁਤ। ਤੇ 7 ਵਜੇ ਮੈਨੂੰ ਰਿਪੋਰਟਰਸ ਆ ਗਏ ਸੀ ਮੇਰੇ ਲਈ ਜੀ। ਫਿਰ ਤੱਕ ਲਾਈਫ ਚੱਲਦੀ ਰਹੀ 14 ਦਿਨ ਦੀ, ਉਦੋਂ ਮੇਰੇ ਕੋਲ ਇੰਟਰਮ ਬੇਲ ਸੀਗੀ ਜੀ, ਪਰ ਸਮਹਾਉ ਵੱਧਦੀ ਰਹੀ ਹੈ। ਜੀ ਜੀ ਜੀ, ਬਿਲਕੁਲ ਬਿਲਕੁਲ। ਆਪਾਂ ਆਖਰੀ ਸਵਾਲ ਦੇ ਵੱਲ ਚੱਲਦੇ ਹਾਂ। ਗਿੱਲ ਸਾਹਿਬ, ਦੁਨੀਆ ਦੀ ਸਿਆਸਤ ਜਿਹੜੀ ਆ ਉਹ ਹਰ ਰੋਜ਼ ਬਦਲ ਰਹੀ ਹੈ ਤੇ ਇਹ ਗਲੋਬਲ ਤੋਂ ਲੋਕਲ ਵੱਲ ਨੂੰ ਵੀ ਮੁੜ ਰਹੀ ਹੈ। ਲੋਕਾਂ ਨੇ ਉਹ ਲੀਡਰ ਚੁਣਨੇ ਸ਼ੁਰੂ ਕਰ ਦਿੱਤੇ ਨੇ ਜਿਹੜੇ ਕਹਿੰਦੇ ਨੇ ਕਿ ਸਾਡਾ ਦੇਸ਼, ਸਾਡਾ ਕਲਚਰ, ਸਾਡੇ ਲੋਕ ਇੰਟਰਨੈਸ਼ਨਲ ਪੋਲਿਟਿਕਸ ਨੂੰ ਤਰਜੀਹ ਜਿਹੜੇ ਨੇ ਉਹ ਨਹੀਂ ਦਿੰਦੇ ਹੈਗੇ। ਹਿਊਮਨ ਰਾਈਟਸ ਨਾਮ ਦੀ ਕੋਈ ਚੀਜ਼ ਜਿਹੜੀ ਆ ਉਹ ਨਹੀਂ ਰਹਿ ਗਈ। ਜੇ ਆਪਾਂ ਗੱਲ ਕਰੀਏ ਤਾਂ ਟਰੰਪ ਹੋ ਗਏ, ਪੁਤਿਨ, ਮੋਦੀ ਵਰਗੇ ਲੀਡਰ ਜਿਹੜੇ ਨੇ ਉਹ ਅੱਗੇ ਆ ਰਹੇ ਨੇ ਤੇ ਘੱਟ ਗਿਣਤੀਆਂ ਦਾ ਜਿਹੜਾ ਬਹੁਤ ਬੁਰਾ ਹਾਲ ਹੋ ਰਿਹਾ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸਾਰੀ ਸਥਿਤੀ ਨੂੰ ਕਿਵੇਂ ਹੈਂਡਲ ਕੀਤਾ ਜਾਏ, ਜਾਂ ਇਹ ਸਾਰੀ ਸਥਿਤੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਨੋ ਡਾਊਟ ਕਿ ਜਿਹੜੀਆਂ ਮਿਨੋਰਟੀਜ਼ ਨੇ ਦੇ ਆਰ ਅੰਡਰ ਥ੍ਰੈਟ ਜੀ। ਚਾਹੇ ਅਮਰੀਕਾ 'ਚ ਤੁਸੀਂ ਮੁਸਲਮਾਨ ਲੈ ਲਓ, ਟੂ ਐਕਸਟੈਂਟ ਸਿੱਖਸ ਵੀ ਜਿਹੜੇ ਨੇ ਦੇ ਆਰ ਸਕੇਅਰਡ ਜੀ, ਕਿਉਂਕਿ ਵਿਦ ਟਰੰਪ ਪ੍ਰੈਜ਼ੀਡੈਂਸੀ ਦਿੱਲੀ ਜਿਹੜਾ ਵਾਈਟ ਸੁਪਰਮਿਸਟ ਕਰਾਊਡ ਆ ਜੀ, they have basically became stronger ਜੀ, ਤੇ more outspoken ਵੀ ਹੋ ਗਏ with their actions and their words ਜੀ। ਇਸੇ ਤਰ੍ਹਾਂ ਹੁਣ ਤੁਸੀਂ ਜੋ ਉੱਥੇ ਇੰਸੀਡੈਂਟ ਹੋਇਆ ਹੈਗਾ ਜਾਰਜ ਫਲੋਇਡ ਦਾ, ਉੱਥੇ ਦੇਖਿਆ ਕਿ ਪੁਲਿਸ ਦੀ ਜਿਹੜੀ ਬਰੂਟੈਲਿਟੀ ਆ ਟੁਵਰਡਸ ਦਾ ਮਾਈਨੋਰਟੀਜ਼ ਉਹ ਬਹੁਤ ਜ਼ਿਆਦਾ ਇਨਹੈਂਸਡ ਆ, not from today, from coming times, ਜਿਹੜਾ ਟਾਈਮ ਲੈਪਸ ਕਰ ਗਿਆ ਚੱਲ ਰਿਹਾ, ਉਹਨਾਂ ਦੀ ਬਰੂਟੈਲਿਟੀ ਵੱਧਦੀ ਰਹੀ ਹੈ। ਈਵਨ ਡਿਊਰਿੰਗ ਦਿਸ ਪ੍ਰੋਟੈਸਟ ਜਿਹੜੇ ਜਾਰਜ ਫਲੋਇਡ ਦੀ ਕਿਲਿੰਗ ਤੋਂ ਬਾਅਦ ਹੋਇਆ, ਉਹਨਾਂ 'ਚ ਵੀ ਪੁਲਿਸ ਦੇ ਇੰਸੀਡੈਂਟ ਸਾਹਮਣੇ ਆਏ ਆ ਜਿੱਥੇ ਉਹਨਾਂ ਨੇ ਆਪਣੀ ਹਾਈ ਹੈਂਡਡਨੈਸ ਦਿਖਾਈ ਹੈ। ਈਵਨ ਦੇ ਡਿਡਨਟ ਸਪੇਅਰ ਕਿ 올ਡ ਮੈਨਸ ਨੂੰ ਵੀ ਸਪੇਅਰ ਨਹੀਂ ਕੀਤਾ ਜੀ। ਇਹ ਕਲਚਰ ਟਰੰਪ ਦਾ ਹੋਇਆ, ਉਹਦੀ ਕਾਪੀ ਕੈਟ ਵਰਲਡ ਦੇ ਵਿੱਚ, ਚਾਹੇ ਆਸਟਰੀਆ ਲੈ ਲਓ, ਚਾਹੇ ਤੁਸੀਂ ਗ੍ਰੀਸ ਲੈ ਲਓ ਜਾਂ ਹੋਰ ਕੰਟਰੀਜ਼ ਲੈ ਲਓ, ਉਹਨਾਂ ਵਿੱਚ ਕਲਚਰ ਡਿਵੈਲਪ ਹੋਇਆ। ਨੈਸ਼ਨਲਿਸਟਿਕ ਇਹਨੂੰ ਕਲਚਰ ਦਾ ਨਾਂ ਦਿੰਦੇ ਨੇ ਕਿ ਅਸੀਂ ਰਾਸ਼ਟਰਵਾਦ ਦੇ ਮਦੇਈ। ਉਸੇ ਕਾਪੀ ਚੋਂ ਮਿਸਟਰ ਨਰਿੰਦਰ ਮੋਦੀ ਨਿਕਲੇ ਨੇ। ਉਹ ਅੱਜ ਜੋ ਇੰਡੀਆ ਦੇ ਵਿੱਚ ਮਾਈਨੋਰਟੀਜ਼ ਨੇ, ਹੁਣ ਜਿਵੇਂ ਸਿਟੀਜ਼ਨਸ ਅਮੈਂਡਮੈਂਟ ਐਕਟ ਆਇਆ, ਉਹਦੇ NPR ਆ ਰਿਹਾ ਹੈਗਾ, ਉਹਨਾਂ ਨਾਲ ਇਸ ਤਰ੍ਹਾਂ ਦੇ ਕਲੌਜ਼ ਨੇ ਕਿ ਤੁਹਾਨੂੰ ਆਪਣੀ ਇੰਡੀਆ ਪ੍ਰਤੀ ਜਿਹੜੀ ਸਿਟੀਜ਼ਨਸ਼ਿਪ ਆ ਉਹ ਵੀ ਤੁਹਾਡੇ ਇੱਕ ਆਨਸਰ ਦੇ ਨਾਲ ਅੰਡਰ ਕੁਐਸਚਨ ਆ ਸਕਦੀ। ਬਿਲਕੁਲ। ਪਹਿਲੇ ਇਟ ਵਾਸ ਪੋਰਟਰੇਡ ਕਿ ਸਿਰਫ ਮੁਸਲਮਾਨਾਂ ਖਿਲਾਫ ਆ। ਇਸ ਜਿਵੇਂ ਜਰਮਨੀ 'ਚ ਹੋਇਆ ਸੀ ਪਹਿਲੇ, ਯਹੂਦੀ ਆਏ, ਫਿਰ ਕਮਿਊਨਿਸਟ ਆਏ, ਫਿਰ ਇੱਦਾਂ ਦਾ ਸਰਕਲ ਚੱਲਿਆ ਕਿ ਜਦੋਂ ਮੈਨੂੰ ਆ ਕੇ ਉਹਨਾਂ ਨੇ ਅਟੈਕ ਕੀਤਾ, ਮੇਰੇ ਨਾਲ ਕੋਈ ਹੈ ਹੀ ਨਹੀਂ ਸੀ ਜੀ। ਸੇਮ ਥਿੰਗ ਇਜ਼ ਹੈਪਨਿੰਗ ਹੇਅਰ। ਹੁਣ ਪਹਿਲੇ ਸਿੱਖਸ ਇਹਨਾਂ ਨੇ ਟਾਰਗੇਟ ਕੀਤੇ ਆ, ਕਸ਼ਮੀਰੀਜ਼ ਟਾਰਗੇਟ ਕੀਤੇ ਆ, ਚਾਹੇ ਉਹਨਾਂ ਨੂੰ ਚਲੋ ਮੁਸਲਿਮ ਕਹਿ ਲਓ ਚਾਹੇ ਕਸ਼ਮੀਰੀਜ਼ ਕਹਿ ਲਓ, ਪਰ ਬਹੁਤਾ ਕਸ਼ਮੀਰੀ ਕਰਕੇ ਜਾਣੇ ਜਾਂਦੇ ਨੇ ਕਿਉਂਕਿ ਉਹ ਆਪਣਾ ਸਟਰਗਲ ਕਰ ਰਹੇ ਨੇ ਅੰਡਰ ਮਤਲਬ ਕਿ ਇੰਟੈਂਸ ਸਿਕਿਉਰਿਟੀ, ਅੰਡਰ ਇੰਟੈਂਸ ਪ੍ਰੈਸ਼ਰ, ਜੋ ਸਿੱਖਾਂ ਤੇ ਵੀ ਹੋਇਆ ਹੈਗਾ। ਇਸੇ ਤਰ੍ਹਾਂ ਹੁਣ ਮੁਸਲਮਾਨਸ ਤੇ ਹੋ ਰਿਹਾ। ਮੁਸਲਿਮਸ ਦੇ ਵਿੱਚ ਇੰਡੀਵਿਜੂਅਲਸ ਨੂੰ ਉਹ ਐਜ਼ ਏ ਸਿੰਗਲ ਆਊਟ ਕਰਕੇ ਟਾਰਗੇਟ ਕਰ ਰਹੇ ਆ ਜੀ। ਬਹੁਤਾ ਜਿਹੜਾ ਉਹਨਾਂ ਦਾ ਇੰਪੈਕਟ ਹੈਗਾ ਨੈਸ਼ਨਲ ਗਵਰਨਮੈਂਟ ਦਾ, ਇਟ ਇਜ਼ ਟੂਵਰਡਸ ਦਾ ਇੰਟੈਲੈਕਚੁਅਲਸ, ਚਾਹੇ ਉਹ ਹਿੰਦੂ ਹੋਣ ਚਾਹੇ ਮੁਸਲਮਾਨ ਹੋਣ, ਬਹੁਤਾ ਮੁਸਲਮਾਨ ਤੇ ਆ। ਈਵਨ ਉਹਨਾਂ ਨੂੰ ਚਾਹੇ ਤਾਂ ਉਹ ਐਲਾਗਾਰ ਦਾ ਕੇਸ ਆ ਜਿਹੜਾ ਮਹਾਰਾਸ਼ਟਰ 'ਚ ਹੋਇਆ ਸੀ ਦਲਿਤਸ ਦਾ, ਉਹਦੇ 'ਚ ਇਹਨਾਂ ਨੇ ਅਰਾਊਂਡ 32 ਐਕਟਿਵਿਸਟ ਬੰਦ ਕੀਤੇ ਹੋਇਆ। all have been booked under UP Act, that is unlawful ਜਿਹੜਾ ਹੈਗਾ ਸਿਕਿਉਰਿਟੀ ਐਕਟ ਹੈਗਾ, ਇਟਸ ਇਵਨ ਮੋਰ ਡਰੈਕੋਨੀਅਨ ਦੈਨ ਦਾ ਟਾਡਾ, ਜਿਹੜਾ ਟਾਡਾ ਸਿੱਖਾਂ ਤੇ ਲੱਗੀ ਹੈਗੀ ਹੈ ਜੀ। ਇਸੇ ਤਰ੍ਹਾਂ ਹੁਣ ਇਹਨਾਂ ਨੇ ਸਟੂਡੈਂਟਸ ਜਿਹੜੇ ਮੁਸਲਿਮਸ ਆ
ਚਾਹੇ ਉਹ ਲੜਕੀਆਂ ਨੇ, ਚਾਹੇ ਉਹ ਪ੍ਰੈਗਨੈਂਟ ਨੇ, ਪੂਰਾ ਜਾਰਗਰ ਵਾਂਗੂ ਉਹਨਾਂ ਨੂੰ ਸਕਾਲਰਸ ਨੂੰ ਚੱਕ ਕੇ ਬੰਦ ਕੀਤਾ। ਸਾਰੇ ਅੰਡਰ that draconian law sedition act ਦੇ ਥੱਲੇ ਨੇ। they have been considered as threat to the national security. So I have wrote about it too. ਤੇ ਇਹ ਚੀਜ਼ਾਂ portray ਕਰਦੀਆਂ ਨੇ, ਮਤਲਬ ਕਿ ਡਿਫੈਕਟ ਕਰਦੀਆਂ ਨੇ ਇੰਡੀਅਨ ਜਿਹੜੀ ਸਟੇਟ ਆਫ ਮਾਈਂਡ ਆ, ਕਿ ਜਿਹੜੀ ਨੈਸ਼ਨਲਿਸਟਿਕ ਗਵਰਨਮੈਂਟ ਇਨ ਪਾਵਰ ਆ, ਇੱਕ ਆਪਣਾ ਕੰਟੀਨਿਊ ਕਰ ਰਹੀ ਹੈ ਸੈਕੰਡ ਟਰਮ ਜੀ। ਇਹਨੇ ਅਦਰ ਆਪੋਜੀਸ਼ਨ, ਅਦਰ ਕੋਈ ਐਨੀ ਸਪਲਿੰਟਰ ਗਰੁੱਪਸ, ਉਹਨਾਂ ਨੂੰ ਦੇ ਹੈਵ ਡਿਸਮੈਂਟਲਡ ਇਟ ਔਰ ਡੈਸੀਪੇਟਡ ਇਟ, ਟੋਟਲੀ ਖਤਮ ਕਰਤਾ, ਡੈਸੀਪੇਟ ਕਰਤਾ। That's why opposition has no voice in today's India. Even ਜਿਹੜੇ ਕੋਰੋਨਾ ਵਾਇਰਸ ਦੇ ਨੰਬਰ ਆ ਰਹੇ ਆ ਜੀ, ਉਹਨਾਂ ਨੂੰ ਵੀ ਇਹਨਾਂ ਨੇ ਬਲੇਮ ਕਰਨਾ ਚਾਹਿਆ ਸੀ ਮੁਸਲਿਮਸ ਤੇ, ਇੱਕ ਮੁਸਲਿਮਸ ਚੋਂ ਵੀ ਇੱਕ ਕਲਾਸ ਜੀ ਬਿਲਕੁਲ ਵੀ ਇੱਥੋਂ ਸ਼ੁਰੂ ਹੋਇਆ, ਪਰ that was nothing is based on facts. India media has basically been taken over by the nationalistic government. And they are towing the line of the nationalistic government, but basically with their own agreement. NDTV Hindi arge ja ho channels age ne, Rish Kumar arge jede kuch independently view dinde ne, but they are under pressure ji bilkul bilkul. So who's going to report about the state of minorities in India ji ਜੀ ਜੀ ਬਿਲਕੁਲ ਬਿਲਕੁਲ। ਚਲਦੇ ਚਲਦੇ ਮੈਂ ਤੁਹਾਡੇ ਕੋਲੋਂ ਸਾਡੇ ਨੌਜਵਾਨ ਪੀੜ੍ਹੀ ਦੇ ਲਈ ਇੱਕ ਸੇਧ ਭਰਿਆ ਸੁਨੇਹਾ ਜਿਹੜਾ ਉਹ ਚਾਹਾਂਗੀ, ਕੀ ਕਹਿਣਾ ਚਾਹੋਗੇ ਸਾਡੀ ਨੌਜਵਾਨ ਪੀੜ੍ਹੀ ਨੂੰ? My only ਮਤਲਬ ਕਿ ਜਿਹੜਾ small message ਹੈਗਾ ਕਿ be aware, educate yourself, not just run after degrees, be educated, know about your surroundings and do care about your surroundings. पर sixthly जोड़न ਲਈ ਇਹ ਨਹੀਂ ਹੈਗਾ ਕਿ emotionally ਜ਼ਰੂਰ ਹੁੰਦੀ ਆ, ਕੱਲੀ religiosity is the factor। ਆਪਾਂ ਨੂੰ ਪਤਾ ਹੋਣਾ ਚਾਹੀਦਾ, ਜਿਵੇਂ ਸੰਤਾਂ ਨੇ ਆਵਾਜ਼ ਉਠਾਈ ਸੀ, ਉਹਨਾਂ ਨੇ ਜਿਹੜੀਆਂ ਬਹੁਤ ਚਿਰ ਤੋਂ ਧਾਰਮਿਕ ਤੇ ਸੱਭਿਆਚਾਰਕ ਮੁੱਲਾਂ ਨਾਲ ਕੌਮ ਜੁੜਦੀ ਰਹੀ ਸੀ, ਉਹਨਾਂ ਨੂੰ ਇੱਕ ਉਹਨਾਂ ਨੇ ਰਾਜਨੀਤਿਕ ਸੋਚ ਇੱਕ ਚੇਤਨਤਾ ਜਗਾਈ ਸੀ ਕਿ ਆਪਣੀਆਂ ਆਪਾਂ ਨੂੰ ਪਹਿਲਾਂ ਧਾਰਮਿਕ ਤੌਰ ਤੇ ਨਹੀਂ ਮਾਰਾ ਜਾਂਦਾ, ਆਪਣੀ ਰਾਜਨੀਤੀ ਵੀ ਜਿਹੜੀ ਹੈਗੀ ਆ ਨੈਸ਼ਨਲ ਗਵਰਨਮੈਂਟ ਖਤਮ ਕਰਨਾ ਚਾਹੁੰਦੀ ਆ। ਹੁਣ ਜਿਵੇਂ ਇਹ ਵੀ ਜਾਣਨਾ ਚਾਹੀਦਾ ਕਿ ਆਪਾਂ ਖੁਸ਼ੀ ਮਹਿਸੂਸ ਕਰਦੇ ਹਾਂ ਕਿ ਸੱਜਣ ਕੁਮਾਰ ਅੰਦਰ ਹੋ ਗਿਆ, ਉਹਨੂੰ ਸਜ਼ਾ ਹੋ ਗਈ। This is a fight. This is not the fight against individuals. जी एक collective punishment थी। उदों जो government सी, चाहे उदों कांग्रेस हुंदी, चाहे बीजेपी हुंदी, they might have done the same, क्योंकि उन्हां दी electoral power जिहड़ी है वड्डी आ, बाकी morals ते state ਦੀਆਂ जो people प्रति responsibility that doesn't matter। एक ਕਾਰਨੇਜ ਹੋਇਆ, ਦੂਜਾ ਕਾਰਨੇਜ ਗੁਜਰਾਤ ਚ ਹੋਇਆ, ਹੋਰ ਹੋਇਆ। ਇੰਡੀਵਿਜੂਅਲਸ ਨੂੰ ਕੁਛ ਵੀ ਕਰ ਲੋ, that doesn't mean anything। ਆਪਾਂ ਨੂੰ ਕਲੈਕਟਿਵਲੀ ਕਲੀਅਰ ਪਿਕਚਰ ਚਾਹੀਦੀ ਆ ਕਿ ਆਪਣਾ ਜਿਹੜਾ ਉਸ ਟਾਈਮ ਤੇ ਠੀਕ ਆਪਣਾ ਐਂਗਰ ਕਾਂਗਰਸ ਦੇ ਖਿਲਾਫ ਹੈਗਾ, ਪਰ did we do anything ਕਿ ਆਪਾਂ ਕਾਂਗਰਸ ਨੂੰ ਕਿਸੇ ਤਰ੍ਹਾਂ ਕੋਈ ਉਹਨਾਂ ਤੇ ਪੋਜ਼ਿਟਿਵ ਮੇਜਰਸ ਲੈ ਕੇ ਆ ਸਕੀਏ। not do our critical class did anything, not any lawsuit or anything has been filed ke aapa Supreme Court through justice ਲੈਣ ਦੀ try ਕਰੀਏ, ਸ਼ਾਇਦ ਮਿਲੇ ਜਾਂ ਨਾ ਮਿਲੇ। in fact ke aapa Punjab ਚ ਆਪਣੇ aware ਕਰੋ ਕਿ are we electing the same Congress in power ਕਿ ਉਹਦੇ ਤੇ ਆਪਾਂ faith ਕਰ ਰਹੇ ਹਾਂ। ਕੀ do they feel repentance about it? repentance ਤਾਂ ਦੂਰ ਦੀ ਗੱਲ ਆ। They have been basically vocal about this post to the 1984 attack, ਚਾਹੇ ਹੁਣ ਕਈ ਜਾਣ ਕੇ ਮੰਦਭਾਗਾ ਹੋਇਆ ਜਾਂ ਕੀ ਹੋਇਆ, but do they really mean it? ਬੇਅੰਤ ਸਿੰਘ ਵਰਗੇ ਨੂੰ ਪੁੱਛਦੇ ਆ ਜਿਹਦੇ ਬਾਰੇ ਆਪਾਂ ਕੀ ਕਹਿ ਸਕਦੇ ਜੀ। ਸੋ ਇਸ ਲਈ ਯੂਥ ਨੂੰ
मैं फिर एम्फसाइज करूंगा कि एजुकेट योरसेल्फ, डोंट गो फॉर एनीथिंग सुपरफिशियल, अपने आप को स्ट्रेट रखो, बाकी हैव फन। ਜੀ ਜੀ ਬਿਲਕੁਲ ਬਿਲकुल ਸਰਦਾਰ ਰਣਜੀਤ ਸਿੰਘ ਗਿੱਲ ਜੀ, ਤੁਸੀਂ ਸਾਡੇ ਪ੍ਰੋਗਰਾਮ ਨੂੰ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਕੀਮਤੀ ਸਮਾਂ ਦੇਣ ਦੇ ਲਈ। ਸਤਿ ਸ਼੍ਰੀ ਅਕਾਲ। ਥੈਂਕ ਯੂ ਬਲਾਜ, ਥੈਂਕ ਯੂ।